ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਰਾਧਾ ਸੁਆਮੀ ਗੁਰੂ ਡੰਮ ਬਾਰੇ ਵਿਚਾਰ ਕਰਾਂਗੇ ਤਾਂ ਕਿ ਸਾਡੇ ਭੈਣ ਭਰਾ ਇਸ ਗੁਰੂ ਡੰਮ ਦੇ ਵਿੱਚ ਜਾਲ ਵਿੱਚ ਫਸਣ ਤੋਂ ਬਚ ਸਕਣ। ਰਾਧਾ ਸੁਆਮੀਆਂ ਸਮੇਤ ਸਾਰੇ ਕੱਚੇ ਗੁਰੂ ਇੱਕ ਗੱਲ ਬਾਰ-ਬਾਰ ਕਹਿੰਦੇ ਹਨ ਕਿ ਦੇਹਧਾਰੀ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੁੰਦਾ, ਪਰ ਸੱਚ ਇਹ ਹੈ ਕਿ ਦੇਹ ਕਿਸੇ ਨੂੰ ਪਾਰ ਨਹੀਂ ਲਾਉਂਦੀ। ਸੱਚੇ ਗਿਆਨ ਸਰੂਪ ਬਚਨਾਂ ਦੀ ਕਮਾਈ ਪਾਰ ਉਤਾਰਾ ਕਰਦੀ ਹੈ। ਸੁਣਤ ਕਮਾਵਤ ਹੋਤ ਉਧਾਰ, ਭਾਵ ਸੱਚੇ ਗਿਆਨ ਨੂੰ ਸੁਣ ਕੇ ਕਮਾਉਣ ਨਾਲ ਉਧਾਰ ਹੋ ਜਾਂਦਾ ਹੈ। ਇਹ ਕੱਚੇ ਗੁਰੂ ਗੁਰੂ ਨਾਨਕ ਘਰ ਦੇ ਚੋਰ ਹਨ, ਜਿਹੜੇ ਗੁਰਬਾਣੀ ਵਿੱਚੋਂ ਕੁਝ ਪੰਗਤੀਆਂ ਚੋਰੀ ਕਰਕੇ ਉਹਨਾਂ ਪੰਗਤੀਆਂ ਦੇ ਆਪਣੇ ਮਤਲਬ ਦੇ ਅਰਥ ਕਰ ਲੈਂਦੇ ਹਨ ਅਤੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਗੁਰੂ ਡੰਮ ਦੇ ਜਾਲ ਵਿੱਚ ਫਸਾ ਲੈਂਦੇ ਹਨ। ਜਿਸ ਤਰ੍ਹਾਂ ਸ਼ਿਕਾਰੀ ਚੋਗਾ ਪਾ ਕੇ ਪੰਛੀਆਂ ਨੂੰ ਫਸਾ ਲੈਂਦਾ ਹੈ, ਇਸੇ ਤਰ੍ਹਾਂ ਇਹ ਕੱਚੇ ਗੁਰੂ ਗੁਰਬਾਣੀ ਨੂੰ ਚੋਗੇ ਦੀ ਤਰ੍ਹਾਂ ਵਰਤਦੇ ਹਨ। ਇੱਕ ਧਰਮੀ ਬੰਦਾ ਪੰਛੀਆਂ ਨੂੰ ਕਣਕ ਬਾਜਰੇ ਦਾ ਚੋਗਾ ਪਾਉਂਦਾ ਹੈ, ਇੱਕ ਸ਼ਿਕਾਰੀ ਵੀ ਕਣਕ ਬਾਜਰੇ ਦਾ ਚੋਗਾ ਹੀ ਪਾਉਂਦਾ ਹੈ। ਚੋਗੇ ਵਿੱਚ ਤਾਂ ਕੋਈ ਫਰਕ ਨਹੀਂ, ਪਰ ਚੋਗਾ ਪਾਉਣ ਦੀ ਭਾਵਨਾ ਵਿੱਚ ਫਰਕ ਹੈ। ਸ਼ਿਕਾਰੀ ਪੰਛੀਆਂ ਨੂੰ ਫਸਾਉਣ ਲਈ ਚੋਗਾ ਪਾਉਂਦਾ ਹੈ, ਇਸੇ ਤਰ੍ਹਾਂ ਇਹ ਕੱਚੇ ਗੁਰੂ ਗੁਰਬਾਣੀ ਨੂੰ ਸ਼ਿਕਾਰੀ ਵਾਲੇ ਚੋਗੇ ਦੀ ਤਰ੍ਹਾਂ ਵਰਤਦੇ ਹਨ। ਇਹਨਾਂ ਨੂੰ ਮਛੇਰੇ ਵੀ ਕਿਹਾ ਜਾ ਸਕਦਾ ਹੈ। ਜਿਸ ਤਰ੍ਹਾਂ ਮਛੇਰਾ ਕੁੰਡੀ ਤੇ ਆਟਾ ਲਾ ਕੇ ਮੱਛੀ ਪਕੜਦਾ ਹੈ, ਇਸ ਤਰ੍ਹਾਂ ਕੱਚੇ ਗੁਰੂ ਗੁਰਬਾਣੀ ਨੂੰ ਆਟੇ ਦੀ ਤਰ੍ਹਾਂ ਵਰਤ ਕੇ ਸਿੱਖਾਂ ਨੂੰ ਆਪਣੀ ਕੁੰਡੀ ਵਿੱਚ ਫਸਾਉਂਦੇ ਹਨ। ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਗੁਰੂ ਉਹ ਰੱਬੀ ਗਿਆਨ ਦਾ ਨਾਮ ਹੈ ਜੋ ਮਨੁੱਖ ਦੀਆਂ ਬੁਰਾਈਆਂ ਦੂਰ ਕਰਦਾ ਹੈ ਅਤੇ ਪ੍ਰਮਾਤਮਾ ਦਾ ਰਾਹ ਵਿਖਾਉਂਦਾ ਹੈ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਬੈ ਗੋ, ਭਾਵ ਬਚਨ ਹੀ ਸਤਿਗੁਰ ਦਾ ਸਰੂਪ ਹੈ ਜੋ ਮੁਕਤੀ ਦਾ ਸਿੱਧਾ ਰਾਹ ਵਿਖਾਉਂਦਾ ਹੈ। ਗੁਰਬਾਣੀ ਦਾ ਗਿਆਨ ਮਨੁੱਖ ਨੂੰ ਸੰਤੋਖੀ ਬਣਾਉਂਦਾ ਹੈ ਅਤੇ ਪ੍ਰਮਾਤਮਾ ਨਾਲ ਜੋੜਦਾ ਹੈ। ਮਹਾ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ, ਭਾਵ ਗੁਰੂ ਬਚਨਾਂ ਦੁਆਰਾ ਪੂਰਾ ਸੰਤੋਖ ਆ ਜਾਂਦਾ ਹੈ ਅਤੇ ਧਿਆਨ ਪੂਰਨ ਤੌਰ ਤੇ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ। ਸੱਚਾ ਗਿਆਨ ਹੀ ਮਨੁੱਖ ਨੂੰ ਵਿਵੇਕੀ ਬਣਾਉਂਦਾ ਹੈ। ਕਹੋ ਕਬੀਰ ਮੈਂ ਸੋ ਗੁਰ ਪਾਇਓ, ਜਾ ਕਾ ਨਾਉ ਵਿਵੇਕੋ। ਸੰਤੋਖੀ ਮਨੁੱਖ ਹੀ ਪਰਪਕਾਰੀ ਤੇ ਸਦਾਚਾਰੀ ਹੁੰਦਾ ਹੈ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ, ਓਨੀ ਮੰਦਾ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਧੰਨ ਹਨ ਉਹ ਬੜਭਾਗੀ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਰਪਣ ਕਰਕੇ ਗੁਰਬਾਣੀ ਆਗਿਆ ਅਨੁਸਾਰ ਆਪਣੇ ਜੀਵਨ ਨੂੰ ਸਵਾਰਿਆ ਹੈ। ਗੁਰੂ ਨਾਨਕ ਪਾਤਸ਼ਾਹ ਨੇ ਅਜਿਹੇ ਰੱਬੀ ਗਿਆਨ ਨੂੰ ਹੀ ਆਪਣਾ ਗੁਰੂ ਹੋਣਾ ਫਰਮਾਇਆ ਹੈ ਅਤੇ 10 ਜਾਮੇ ਧਾਰਨ ਕਰਕੇ ਅਨੇਕਾਂ ਘਾਲਨਾਮਾ ਘਾਲ ਕੇ ਉਸ ਸ਼ਬਦ ਗੁਰੂ ਗਿਆਨ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਸੰਪੂਰਨਤਾ ਬਖਸ਼ੀ। ਮਹਾਨ ਬਖਸ਼ਿਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਲੁਕਾਈ ਵਾਸਤੇ ਗੁਰਮੁਖ ਗਾਡੀ ਰਾਹ ਤਿਆਰ ਕੀਤਾ। ਗੁਰਬਾਣੀ ਦੀ ਸ਼ੁੱਧਤਾ ਕਾਇਮ ਰੱਖਣ ਵਾਸਤੇ ਪੰਜਵੇਂ ਪਾਤਸ਼ਾਹ ਜੀ ਨੂੰ ਤਸੀਹੇ ਭਰਪੂਰ ਸ਼ਹੀਦੀ ਦੇਣੀ ਪਈ, ਪਰ ਇਸ ਵਿੱਚ ਰਤਾ ਮਿਲਾਵਟ ਪ੍ਰਵਾਨ ਨਹੀਂ ਕੀਤੀ। ਗਿਆਨ ਸਰੂਪ ਗੁਰੂ ਸਦੀਵੀ ਹੈ। ਸਰੀਰ ਤਾਂ ਅੱਜ ਜੰਮਦਾ ਹੈ, ਕੱਲ ਮਰ ਜਾਂਦਾ ਹੈ। ਕੱਚੇ ਗੁਰੂਆਂ ਦੇ ਧਰਮ ਦੇ ਨਾਂ ਤੇ ਚਲਾਏ ਗਪੌੜ ਸਾਡੀ ਭਟਕਣਾ ਦਾ ਕਾਰਨ ਬਣ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰਨ ਦਾ ਇੱਕੋ ਇੱਕ ਤਰੀਕਾ ਹੈ, 5 ਪਿਆਰਿਆਂ ਤੋਂ ਖੰਡੇ ਦੀ ਪਹੁਲ ਲੈਣੀ ਅਤੇ ਪ੍ਰਣ ਕਰਨਾ ਕਿ ਅੱਜ ਤੋਂ ਬਾਅਦ ਮੈਂ ਸਿਵਾਏ ਗੁਰਬਾਣੀ ਦੇ ਹੋਰ ਕਿਸੇ ਨੂੰ ਗੁਰੂ ਨਹੀਂ ਮੰਨਾਂਗਾ। ਜੀਵਨ ਅਤੇ ਜੁੜਨ ਦੀ ਜੁਗਤ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਕਰਾਂਗਾ। ਰੱਬੀ ਗਿਆਨ ਨੂੰ ਹੀ ਪਾਤਸ਼ਾਹ ਨੇ ਮਨੁੱਖ ਮਾਤਰ ਦਾ ਸੱਚਾ ਗੁਰੂ ਹੋਣਾ ਮੰਨਿਆ ਹੈ ਅਤੇ ਉਸ ਦੇ ਗੁਰਬਾਣੀ ਸਰੂਪ ਵਿੱਚ ਸਾਨੂੰ ਉਸ ਦੇ ਲੜ ਲਾਇਆ ਹੈ। ਸਰੀਰ ਦਾ ਢੰਡੋਰਾ ਪਿੱਟਣ ਵਾਲੇ ਇਹ ਦੰਭੀ ਪਖੰਡੀ ਗੁਰੂ ਖੁਦ ਆਪਣੇ ਤੋਂ ਪਹਿਲਾਂ ਚੱਲ ਚੁੱਕਿਆਂ ਦੀਆਂ ਟੇਪਾਂ ਤੇ ਲਿਖਤਾਂ ਦਾ ਸਹਾਰਾ ਲੈਂਦੇ ਹਨ, ਪਰ ਦੂਜੇ ਪਾਸੇ ਕਹਿੰਦੇ ਹਨ ਗ੍ਰੰਥ ਗੁਰੂ ਨਹੀਂ ਹੋ ਸਕਦਾ। ਗ੍ਰੰਥ ਪੋਥੀਆਂ ਸੱਤ ਦੀ ਸ਼ੋਅ ਨਹੀਂ ਦੇ ਸਕਦੀਆਂ। ਨਾਲੇ ਪੋਥੀਆਂ ਛਪਵਾਈ ਜਾਂਦੇ ਹਨ, ਨਾਲੇ ਕਹਿੰਦੇ ਹਨ ਪੋਥੀਆਂ ਸੱਤ ਦੀ ਸ਼ੋਅ ਨਹੀਂ ਦੇ ਸਕਦੀਆਂ।
कितना वड्डा धोखा है संगतां नाल। एक पासे ये पखंडी प्रचारदे हन गुरबाणी गुरु नहीं हो सकती, दूजे पासे वरतदे भी गुरबाणी हन। अज गुरबाणी छड्ड देण तां इन्हां दे डेरियां ते उल्लू बोलणगे। दशमेश पिता जी दे आखिरी 52 वचनां विचों उपदेश है, गुरबाणी दे अर्थ गुरु घर दे विद्वानां तो सिੱਖਣੇ। किन्नी दूर अंदेशी है दशमेश पिता जी दी। उन्हां नूं पता सी कि पखंडी गुरु बाणी वरतणगे, किते सिख इस भुलेखे ना फस जाण कि ये भी गुरबाणी समझाउंदे हन। इसलिए उन्हां ने किन्ना समा पहलां ही सानूं सुचेत कर दिता कि गुरबाणी दे अर्थ गुरु ग्रंथ साहिब नूं गुरु मनण वालियां तो सिੱਖਣੇ, ना कि गुरबाणी दी आड़ विच गुरु डंम चलाउण वाले पखंडी दम्मी गुरुआं तो। सो सानू कच्चे गुरुआं तो बचण दी लोड़ है। आओ हुण राधा स्वामी व्यास वालियां दे गुरु डंम बारे विचार करदे हां। राधा स्वामी गुरु डंम दे बानी शिव दयाल सिंह आगरे दे खत्री सन। आगरे विच आप दी संगत भाई ददार सिंह नाल होई, जो पिछों गिल जिला लुधियाना दे सन। ददार सिंह जी गुरु तेग बहादुर जी दे इतिहासक स्थान माई थान गुरुद्वारा साहब दे महंत सन। चंगे विद्वान ते अभ्यासी सन। शिव दयाल सिंह ने ददार सिंह तो गुरबाणी कथा विचार सिੱਖੀ। कुछ समय बाद शिव दयाल सिंह भी गुरुद्वारा माई थान आगरा विच गुरबाणी की कथा विचार करन लग पए। उन्हां दिनां विच कुछ सिख फौजां आगरे छावनी विच सन। उन्हां विचों कई सिंह माई थान गुरुद्वारे जांदे सन। राधा स्वामियां दी व्यास वाली गद्दी दे मोढी जैमल सिंह घुमान जिला गुरदासपुर उन्हां दिनां विच फौज विच नौकर सन। उन्हां दी पलटन आगरे विच सी। जैमल सिंह दा मेल गुरुद्वारा माई थान विच शिव दयाल सिंह नाल होया। गुरबाणी की कथा सुन के सतसंगी बन गए। यूपी विच रहन करके शिव दयाल नूं पान बीड़ी खाण ते हुक्का पीण की भैड़ी आदत पै गई, जिस दा वर्णन राधा स्वामियां दे प्रसिद्ध ग्रंथ सार वचन विच भी मिलता है। सिख पान बीड़ी या तंबाकू तो सख्त नफरत करते हैं। इसलिए हुक्का पीण ते बीड़ी खाण करके कई सथानक सिख ते फौजी सिंह शिव दयाल दे गुरुद्वारा माई थान विच कथा करन पर इतराज करन लग पए अते शिव दयाल तो गलानी करन लग पए। इसलिए उन्हां नूं अपने घर विच वखरा सतसंग शुरू कर दिता। जैमल सिंह उन्हां दे घर भी जांदे रहे। सो इस तरह सिख पलटन विचों बाबा जैमल सिंह सेवल दयाल सिंह दे चेले बन गए, जो बाद विच व्यास वाली गद्दी दे मोढी बने। दूसरे आगरे दे एक डाकखाने महकमे दे मुलाजम राय बहादुर सालग्राम आप दे चेले बने, जो यूपी दे पहले मास्टर जनरल होए हन। उन्हां दे असर सूख दे कारण कई आदमी इस मत विच शामिल होए। इस तरह शिव दयाल सिंह ने अपना वखरा गुरु डंम चला लिया। इन्हां दे श्रद्धालु आप नूं स्वामी दी पदवी नाल संबोधन करते हैं। आप दी इस्त्री का नाम राधा सी। शिव दयाल सिंह दे उत्तराधिकारियों ने राधा स्वामी गुरु डंम चला लिया। राधा स्वामी नाम कोई ईश्वरवादी नाम नहीं, ना ही इसका मैंने शब्द सुरत हैं। ये शिव दयाल सिंह स्वामी की पत्नी राधा के नाम से चलिया मत है, जिसके मैने अते रूप नूं बाद विच बदलण का व्यर्थ यतन किया गया है। शिव दयाल सिंह तो बाद राय सालग्राम ने आगरे विखे गुरु डंम चला लिया अते जैमल सिंह ने व्यास आके गुरु डंम चला लिया। शिव दयाल सिंह ने जैमल सिंह नूं कोई गुरगद्दी नहीं दिती। ये मास शराब तो नहीं वरतते, पर हुक्का बीड़ी सिगरेट तो जो सब तो निखिद्ध नशा है अपने श्रद्धालुओं नूं नहीं वरजदे, क्योंकि ऐसा करन करके हिंदुओं की बहु गिणती इस मत तो बागी हो सकती है।
ਬਸ ਇੰਨਾ ਕਹਿੰਦੇ ਹਨ ਕਿ ਡੇਰੇ ਵਿੱਚ ਤਮਾਕੂ ਨਹੀਂ ਵਰਤਣਾ, ਭਾਵ ਬਾਹਰ ਭਾਵੇਂ ਵਰਤੀ ਜਾਓ। ਇਹਨਾਂ ਨੂੰ ਇਹ ਨਹੀਂ ਪਤਾ ਕਿ ਸਰੀਰ ਪਰਮਾਤਮਾ ਦਾ ਡੇਰਾ ਹੈ। ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹ ਜਾਣ, ਉਹ ਡੇਰਾ ਕਾ ਸੰਜਮੋ, ਗੁਰ ਕਾ ਸ਼ਬਦ ਪਛਾਣ। ਇੱਟਾਂ ਦੀ ਚਾਰ ਦੀਵਾਰੀ ਤੋਂ ਬਾਹਰ ਆ ਕੇ ਪਰਮਾਤਮਾ ਦੇ ਡੇਰੇ ਭਾਵ ਸਰੀਰ ਵਿੱਚ ਤਮਾਕੂ ਪਾ ਲਿਆ। ਕਿੰਨੇ ਕੱਚੇ ਹਨ ਇਹ ਲੋਕ। ਇੱਕ ਵਾਰ ਮੇਰੇ ਕੋਲ ਵਿਆਸ ਵਾਲਿਆਂ ਦਾ ਚੇਲਾ ਇੱਕ ਬੈਂਕ ਮੈਨੇਜਰ ਆਇਆ, ਕਹਿੰਦਾ ਮੇਰਾ ਤਮਾਕੂ ਛੁਡਵਾ ਦਿਓ। ਮੈਂ ਕਿਹਾ ਤੇਰੇ ਗੁਰੂ ਨੇ ਤੇਰਾ ਤਮਾਕੂ ਨਹੀਂ ਛੁਡਾਇਆ? ਕਹਿੰਦਾ ਨਹੀਂ। ਮੈਂ ਕਿਹਾ ਜਿਹੜਾ ਗੁਰੂ ਤੇਰਾ ਤਮਾਕੂ ਜੋ ਖਿੱਦ ਨਸ਼ਾ ਹੈ ਨਹੀਂ ਛੁਡਵਾ ਸਕਿਆ, ਤੈਨੂੰ ਪਰਮਾਤਮਾ ਨਾਲ ਕਿਸ ਤਰ੍ਹਾਂ ਮਿਲਾ ਦੇਵੇਗਾ? ਬੈਂਕ ਮੈਨੇਜਰ ਕਹਿੰਦਾ ਬਾਤ ਤੋਂ ਆਪਕੀ ਸਹੀ ਹੈ, ਮੈਨੂੰ ਤਮਾਕੂ ਛੋੜਨ ਦੀ ਦਵਾਈ ਦੱਸੋ, ਉਸ ਤੋਂ ਬਾਅਦ ਮੈਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਾਂਗਾ। ਰਾਧਾ ਸੁਆਮੀ ਗੁਰਬਾਣੀ ਵਿੱਚੋਂ ਕੁਝ ਪੰਕਤੀਆਂ ਚੋਰੀ ਕਰਕੇ ਆਪਣੇ ਮਤਲਬ ਦੇ ਅਰਥ ਤਾਂ ਕੱਢ ਲੈਂਦੇ ਹਨ, ਪਰ ਇਹ ਪੰਕਤੀਆਂ ਆਪਣੇ ਸ਼ਰਧਾਲੂਆਂ ਨੂੰ ਕਦੀ ਨਹੀਂ ਸੁਣਾਉਂਦੇ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬਉਰਨ, ਸਤਿਗੁਰ ਵਚਨ ਵਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਸਤਿਗੁਰ ਗਿਆਨ ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਨਾ ਦੂਜਾ। ਇਸ ਤਰ੍ਹਾਂ ਦੀਆਂ ਪੰਕਤੀਆਂ ਇਹ ਆਪਣੇ ਚੇਲਿਆਂ ਨੂੰ ਕਦੀ ਨਹੀਂ ਸੁਣਾਉਂਦੇ। ਹੁਣ ਇਹਨਾਂ ਦੀਆਂ ਧਾਰਮਿਕ ਪੁਸਤਕਾਂ ਵਿੱਚੋਂ ਤੁਹਾਨੂੰ ਇਹਨਾਂ ਦੇ ਗਿਆਨ ਦਾ ਦਰਸ਼ਨ ਕਰਵਾਉਂਦਾ ਹਾਂ। ਸਾਰ ਵਚਨ ਛੋਟੀ ਅਤੇ ਵੱਡੀ ਵਿੱਚ ਸੇਵਲ ਦਿਆਲ ਸਿਉ ਨੂੰ ਕੁੱਲ ਮਾਲਕ ਪੂਰਨ ਧਨੀ ਸੰਤ ਸਤਿਗੁਰੂ ਰਾਧਾ ਸੁਆਮੀ ਬਿਆਨ ਕੀਤਾ ਗਿਆ ਹੈ। ਜਿਸ ਸਿਵਦਿਆਲ ਸਿਉ ਨੂੰ ਪਾਨ ਬੀੜੀ ਅਤੇ ਹੁੱਕਾ ਪੀਣ ਕਰਕੇ ਗੁਰਦੁਆਰਾ ਮਾਈ ਥਾਨ ਤੋਂ ਕਥਾ ਕਰਨ ਤੋਂ ਹਟਾ ਦਿੱਤਾ, ਉਸ ਨੂੰ ਕੁੱਲ ਮਾਲਕ ਭਾਵ ਰੱਬ ਬਣਾ ਧਰਿਆ। ਕੀ ਕੁੱਲ ਮਾਲਕ ਵੀ ਮਰਦਾ ਹੈ? ਸਾਰ ਵਚਨ ਵਿੱਚ ਲਿਖਿਆ ਹੈ, ਹੁੱਕਾ ਭਰ ਕੇ ਦਾਸੀ ਲਿਆਈ, ਰਾਧਾ ਸੁਆਮੀ ਢਿੱਡ ਬੈਠ ਪਲਾਈ। ਹੁੱਕਾ ਹੱਕ ਹੱਕ ਬੋਲੀ ਬੋਲਾ। ਬਿਆਸ ਵਾਲੇ ਜੈਮਲ ਸਿੰਘ ਤੇ ਸਾਵਨ ਸਿੰਘ ਦੇ ਚੇਲੇ ਹੁੱਕਾ ਹੱਕ ਹੱਕ ਬੋਲੀ ਬੋਲਾ ਦੀ ਥਾਂ ਸਤਿਗੁਰ ਹੱਕ ਹੱਕ ਬੋਲੀ ਬੋਲਾ ਕਹਿਣ ਲੱਗ ਪਏ। ਰਾਧਾ ਸੁਆਮੀਆਂ ਦੇ ਦੂਜੇ ਗੁਰੂ ਸਾਲਗਰਾਮ ਦੇ ਜੀਵਨ ਚਰਿੱਤਰ ਹਿੰਦੀ ਵਿੱਚ ਲਿਖਿਆ ਹੈ। ਇੱਕ ਵੇਰ ਸੁਆਮੀ ਸਿਵਦਿਆਲ ਸਿਉ ਨੇ ਆਪਣੇ ਚੇਲੇ ਰਾਏ ਸਾਲਗਰਾਮ ਨੂੰ ਕਿਹਾ ਕਿ ਛੇਤੀ ਹੁੱਕੇ ਪਰ ਅੱਗ ਧਰ ਕੇ ਲਿਆਓ, ਤਾਂ ਰਾਏ ਸਾਹਿਬ ਨੇ ਕੋਠਾ ਟੱਪ ਕੇ ਇੱਕ ਦੁਕਾਨ ਤੋਂ ਸੀਗਰ ਹੀ ਹੁੱਕੇ ਦੀ ਟੋਪੀ ਵਿੱਚ ਅੱਗ ਰੱਖ ਲਿਆਂਦੀ। ਇਹ ਹੈ ਇਹਨਾਂ ਦਾ ਬ੍ਰਹਮ ਗਿਆਨ। ਜਦੋਂ ਸਨ 1878 ਵਿੱਚ ਸੁਆਮੀ ਸਿਵਦਿਆਲ ਪ੍ਰਲੋਕ ਗਮਨ ਕਰ ਗਏ ਤਾਂ 1.5 ਮਹੀਨਾ ਪਿੱਛੋਂ ਉਹਨਾਂ ਨੇ ਆਪਣੀ ਇੱਕ ਚੇਲੀ ਜਿਸ ਦਾ ਨਾਂ ਬੁੱਕੀ ਸੀ, ਸ਼ਬਦ ਸੁਰਤ ਦਾ ਅਭਿਆਸ ਕਰਦਿਆਂ ਦਰਸ਼ਨ ਦਿੱਤੇ। ਬੁੱਕੀ ਦੇ ਪ੍ਰਸ਼ਨ ਕਰਨ ਪਰ ਉੱਤਰ ਦਿੱਤਾ ਕਿ ਤੂੰ ਮੇਰੀ ਪਹਿਲੇ ਵਾਂਗ ਸੇਵਾ ਕਰਿਆ ਕਰ। ਉਹ ਪਿੱਛੋਂ ਕਿੰਨਾ ਚਿਰ ਬਿਸਤਰਾ ਵਿਛਾਉਂਦੀ ਅਤੇ ਹੁੱਕਾ ਭਰਦੀ ਰਹੀ। ਦੇਖੋ ਇਹਨਾਂ ਦਾ ਬ੍ਰਹਮ ਗਿਆਨ ਮਰ ਕੇ ਵੀ ਤਮਾਕੂ ਤੋਂ ਖਹਿੜਾ ਨਹੀਂ ਛੁੱਟਿਆ। ਇਹ ਜੀਵਨ ਚਰਿੱਤਰ ਰਾਧਾ ਸੁਆਮੀ ਸਿਵਦਿਆਲ ਸਿਉ ਹਿੰਦੀ ਪੰਨਾ 70 ਉੱਤੇ ਲਿਖਿਆ ਹੈ। ਸਾਰ ਵਚਨ ਵਿੱਚ ਸੁਆਮੀ ਸਿਵਦਿਆਲ ਸਿਉ ਬਾਰੇ ਭੋਜਨ ਕਰਕੇ ਬੀੜੀ ਖਾਣ ਦਾ ਵਰਣਨ ਵੀ ਮਿਲਦਾ ਹੈ। ਫਿਰ ਭੋਜਨ ਕਰ ਬੀੜੀ ਖਾਈ, ਬੀੜੀ ਬਾਂਟੀ, ਕਨ੍ਹਈਆ ਭਾਈ ਸੀਤ ਪ੍ਰਸਾਦ ਸਭੀ ਮਿਲ ਲੀਨਾ, ਜਨਮ ਜਨਮ ਕੇ ਪਾਤਕ ਸ਼ੀਨਾ, ਕੁਰਲੀ ਦਈ ਸੁਆਮੀ ਕੁਲ ਮੇਰਾ ਉਧਾਰਾ, ਜਨਮ ਸਫਲ ਔਰ ਤਨ ਮਨ ਸੁਧਾਰਾ। ਸਾਰ ਵਚਨ ਪੰਨਾ 779। ਭਾਵ ਰਾਧਾ ਸੁਆਮੀ ਨੇ ਭੋਜਨ ਕਰਕੇ ਬਾਅਦ ਬੀੜੀ ਖਾਧੀ ਜੋ ਇੱਕ ਭਾਈ ਕਨ੍ਹਈਆ ਨੇ ਵੰਡੀ। ਸਾਰਿਆਂ ਨੇ ਸੁਆਮੀ ਜੀ ਦਾ ਸੀਤ ਪ੍ਰਸ਼ਾਦ ਲਿਆ। ਸੁਆਮੀ ਜੀ ਨੇ ਕੁਰਲੀ ਕਰਕੇ ਉਸਦਾ ਜਲ ਦਿੱਤਾ, ਜਿਸ ਨਾਲ ਮੇਰੀ ਕੁਲ ਤਰ ਗਈ, ਤਨ ਮਨ ਜਨਮ ਸਫਲ ਹੋ ਗਿਆ। ਦੇਖਿਆ ਇਹਨਾਂ ਦਾ ਗਿਆਨ, ਕੁਰਲੀ ਦਾ ਪਾਣੀ ਪੀ ਕੇ ਕੁਲ ਤਰ ਗਈ। ਕੀ ਲੋੜ ਹੈ ਸੇਵਾ ਸਿਮਰਨ ਦੀ? ਕੁਰਲੀ ਦਾ ਪਾਣੀ ਪੀ ਕੇ ਹੀ ਜਨਮ ਸਫਲ ਹੋ ਗਿਆ। ਰਾਧਾ ਸੁਆਮੀਆਂ ਦੀ ਪੁਸਤਕ ਸਾਰ ਵਚਨ ਵਿੱਚ ਇੱਕ ਬੜੀ ਗਲਤ ਬਿਆਨੀ ਕੀਤੀ ਗਈ ਹੈ।
ਉਹ ਇਸ ਤਰ੍ਹਾਂ ਹੈ। ਸਤਿਗੁਰ ਤ੍ਰੇਤਾ ਦੁਆਪਰ ਬੀਤਾ, ਕਾਹੂ ਨਾ ਜਾਨੀ ਸ਼ਬਦ ਕੀ ਰੀਤਾ। ਕਲਯੁਗ ਮੇਂ ਸੁਆਮੀ ਦਇਆ ਵਿਚਾਰੀ, ਪ੍ਰਗਟ ਕਰਕੇ ਸ਼ਬਦ ਪੁਕਾਰੀ। ਭਾਵ ਪਿਛਲੇ ਤਿੰਨੇ ਯੁੱਗਾਂ ਵਿੱਚ ਕਿਸੇ ਨੂੰ ਸ਼ਬਦ ਸੁਰਤ ਤੇ ਨਿਜ ਧੰਮ ਦਾ ਗਿਆਨ ਨਹੀਂ ਹੋਇਆ। ਕਲਯੁਗ ਵਿੱਚ ਦਇਆ ਕਰਕੇ ਸੁਆਮੀ ਨੇ ਸ਼ਬਦ ਪ੍ਰਗਟ ਕੀਤਾ ਹੈ। ਹੁਣ ਸੋਚੋ, ਜਿਸ ਦਾ ਤਿੰਨਾਂ ਯੁੱਗਾਂ ਵਿੱਚ ਪਤਾ ਨਹੀਂ ਲੱਗਾ, ਉਸ ਦਾ 19ਵੀਂ ਸਦੀ ਦੇ ਮੱਧ ਵਿੱਚ ਸ਼ਿਵ ਦਿਆਲ ਸਿਉ ਨੂੰ ਵੀ ਪਤਾ ਲੱਗਾ। ਜਿਸ ਦਾ ਤਿੰਨਾਂ ਯੁੱਗਾਂ ਵਿੱਚ ਪਤਾ ਨਹੀਂ ਲੱਗਾ, ਉਸ ਦਾ 19ਵੀਂ ਸਦੀ ਦੇ ਮੱਧ ਵਿੱਚ ਸ਼ਿਵ ਦਿਆਲ ਸਿਉ ਨੂੰ ਹੀ ਪਤਾ ਲੱਗਿਆ। ਕੀ ਕੋਈ ਅਕਲ ਵਾਲਾ ਆਦਮੀ ਮੰਨ ਸਕਦਾ ਹੈ ਕਿ ਸ਼ਿਵ ਦਿਆਲ ਤੋਂ ਪਹਿਲਾਂ ਕਿਸੇ ਨੂੰ ਸ਼ਬਦ ਸੁਰਤ ਜਾਂ ਨਿਜ ਧਾਮ ਦਾ ਗਿਆਨ ਨਹੀਂ ਹੋਇਆ? ਧੰਨ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ, ਨੈ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਆ, ਨਾਨਕ ਨਾਮ ਬਖਾਣੇ। ਪਰ ਇਹ ਸ਼ਬਦ ਸੁਰਤ ਦੇ ਠੇਕੇਦਾਰ ਬਣ ਰਹੇ ਹਨ। ਸਾਰ ਵਚਨ ਨਾਂ ਦੀ ਕਿਤਾਬ ਵਿੱਚ ਅੱਗੇ ਲਿਖਿਆ ਹੈ ਕਿ ਐਸਾ ਆਸਾਨ ਤਰੀਕਾ गुज़श्ता जमाना से लेकर आज तक किसी ने भी नहीं बतलाया। राधा स्वामिया ने राधा स्वामी धाम तीकर पुजण लई एक बहुत लुभाणा रूहानी सफ़र का नक्शा खिंचिया है। इस सफ़र नूं तय करन लई पहलां आलती पालती आसन लाउणा पैंदा है, जिस अनुसार पैरां भार बैठना, ਉਂਗਲਾਂ ਨਾਲ ਕੰਨ ਬੰਦ ਕਰ ਲੈਣੇ ਅਤੇ ਦੋ ਉਂਗਲਾਂ ਬੰਦ ਕੀਤੀਆਂ ਅੱਖਾਂ ਪਰ ਰੱਖ ਲੈਣੀਆਂ। ਇਸ ਆਸਣ ਤੋਂ ਉਪਰੰਤ ਅੱਖਾਂ ਦੇ ਮੱਧ ਤ੍ਰਿਕੁਟੀ ਵਿੱਚ ਸੁਰਤ ਨੂੰ ਟਿਕਾਉਣਾ ਅਤੇ ਰਾਧਾ ਸੁਆਮੀ ਗੁਰੂ ਦੇ ਸਰੀਰ ਜਾਂ ਫੋਟੋ ਦਾ ਧਿਆਨ ਕਰਨਾ ਅਤੇ ਨਾਮ ਨੂੰ ਰਟਣਾ ਮੁੱਖ ਸਾਧਨ ਹੈ। ਇੱਥੋਂ ਇਹਨਾਂ ਦੀ ਸਾਰ ਵਚਨ ਪੁਸਤਕ ਮੁਤਾਬਕ ਰੂਹਾਨੀ ਸਫ਼ਰ ਸ਼ੁਰੂ ਹੁੰਦਾ ਹੈ। ਇਸ ਸਫ਼ਰ ਵਿੱਚ ਯੋਜਨਾ ਦੀ ਗਿਣਤੀ ਮਿਣਤੀ ਬੜਾ ਹੈਰਾਨ ਕਰਨ ਵਾਲੀ ਹੈ। ਰੂਹ 2 ਕਰੋੜ ਯੋਜਨ ਉਤਾਂਹ ਚੜ੍ਹ ਕੇ ਸੁੰਨ ਵਿੱਚ ਪਹੁੰਚੀ। ਉੱਥੇ ਆਬਿਆ ਹੱਥ ਦੇ ਭਰੇ ਹੋਏ ਤਲਾਅ, ਖਿੜੇ ਹੋਏ ਚਮਨ ਤੇ ਗੁਲਸ਼ਨ ਸੁੰਦਰ ਔਰਤਾਂ ਦੀ ਸ਼ਕਲ ਵਿੱਚ ਰੂਹਾਂ ਨਾਚ ਕਰਦੀਆਂ ਹਨ। ਹੀਰਿਆਂ ਜੜੇ ਚਬੂਤਰੇ, ਪੰਨਿਆਂ ਦੇ ਕਿਆਰੇ, ਜਵਾਹਰਾਤਾਂ ਦੇ ਬੂਟੇ ਹਨ। ਤਲਾਬਾਂ ਵਿੱਚ ਚਮਕਦਾਰ ਮੱਛੀਆਂ ਤਰਦੀਆਂ ਹਨ ਅਤੇ ਸੀਸ ਮਹਿਲ ਬਣੇ ਹੋਏ ਹਨ। ਇਹ ਅੰਦਰ ਦੀ ਮਾਇਕੀ ਵਿਰਤੀ ਦਾ ਹੀ ਨਜ਼ਾਰਾ ਹੈ। ਸੁੰਦਰ ਔਰਤਾਂ, ਹੀਰੇ, ਲਾਲ ਜਵਾਹਰਾਤ, ਸੀਸ ਮਹਿਲ, ਪਰ ਇਸ ਵਿੱਚ ਸੱਚਾਈ ਕੋਈ ਨਹੀਂ। ਸਭ ਗਪੌੜ ਸੰਖ ਹਨ। ਪੁੱਛਣ ਵਾਲਾ ਹੋਵੇ ਕਿ 2 ਕਰੋੜ ਯੋਜਨ ਦਾ ਨਾਪ ਕਿਵੇਂ ਹੋਇਆ ਤੇ ਕਿਹਨੇ ਕੀਤਾ, ਇਸ ਦਾ ਰਾਧਾ ਸੁਆਮੀਆਂ ਕੋਲ ਕੋਈ ਜਵਾਬ ਨਹੀਂ। ਫਿਰ ਅਗਲੀ ਰੂਹਾਨੀ ਮੰਜ਼ਿਲ ਬਾਬਤ ਲਿਖਦੇ ਹਨ, ਪਹਿਲੇ ਰੂਹ 5 ਅਰਬ 75 ਕਰੋੜ ਯੋਜਨ ਉਤਾਂਹ ਗਈ, ਫਿਰ ਖਰਬ ਯੋਜਨ ਥੱਲੇ ਡੂੰਘਾਈ ਵਿੱਚ ਚਲੀ ਗਈ, ਫਿਰ ਮੁੜ ਕੇ ਉਤਾਂਹ ਪਰਤ ਆਈ। ਇਹ ਗਧੀ ਗੇੜ ਪੈਣ ਵਾਲੀ ਗੱਲ ਹੈ। ਨਿਰੇ ਗਪੌੜ ਹਨ, ਕੋਈ ਸਚਾਈ ਨਹੀਂ। ਕਿਹਨੇ ਮਿਣਤੀ ਕੀਤੀ ਖਰਬਾਂ ਯੋਜਨਾਂ ਦੀ? ਕਿਹੜਾ ਮੀਟਰ ਸੀ ਰੂਹ ਦੇ ਨਾਲ ਜਿਹੜਾ ਫਾਸਲੇ ਨੂੰ ਨਾਪਦਾ ਗਿਆ? ਯਾਦ ਰੱਖੋ, 1 ਯੋਜਨ ਵਿੱਚ 4 ਮੀਲ ਹੁੰਦੇ ਹਨ। 4 ਖਰਬ ਮੀਲ ਕਿਹੜੇ ਮੀਟਰ ਨੇ ਰਿਕਾਰਡ ਕੀਤੀ? ਰੂਹਾਨੀ ਸਫ਼ਰ ਦੀਆਂ ਝਾਕੀਆਂ ਤੋਂ ਬਿਨਾਂ ਰਾਧਾ ਸੁਆਮੀ ਯੋਗ ਮਤ ਦੇ ਦੱਸੇ ਹੋਏ 6 ਚੱਕਰਾਂ ਵਿੱਚੋਂ ਵੀ ਸੁਰਤ ਨੂੰ ਘੁਮਾਉਂਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਯੋਗ ਮਤ ਦੀ ਨਕਲ ਕਰਕੇ ਇਹਨਾਂ ਨੇ ਭੋਣੇ ਭਾਲੇ ਲੋਕਾਂ ਨੂੰ ਭੰਬਲ ਭੂਸਿਆਂ ਵਿੱਚ ਪਾਉਣ ਦਾ ਯਤਨ ਕੀਤਾ ਹੈ। ਰਾਧਾ ਸੁਆਮੀ ਜੋ ਨਾਮ ਦਿੰਦੇ ਹਨ, ਉਸ ਨੂੰ ਗੁਪਤ ਰੱਖਣ ਲਈ ਕਹਿੰਦੇ ਹਨ ਕਿ ਕਿਸੇ ਨੂੰ ਦੱਸਣਾ ਨਹੀਂ, ਕਿਉਂਕਿ ਚੋਰੀ ਦਾ ਮਾਲ ਲੁਕੋ ਕੇ ਹੀ ਰੱਖਣਾ ਪੈਂਦਾ ਹੈ। ਇਹਨਾਂ ਨੇ 4 ਸ਼ਬਦ ਜੋਤ ਨਿਰੰਜਨ, ਓਅੰਕਾਰ, ਸੋਹੰ, ਸਤਨਾਮ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਹਨ। 1 ਸ਼ਬਦ ਨਿਰੰਕਾਰ ਆਪਣੇ ਕੋਲੋਂ ਬਣਾਇਆ ਹੈ। ਇੱਥੇ ਦਾਸ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹੈ। ਇੱਕ ਵਾਰੀ ਇੱਕ ਮਾਈ ਕਿਸੇ ਕੱਚੇ ਗੁਰੂ ਕੋਲ ਚਲੀ ਗਈ। ਜਾ ਕੇ ਕਹਿੰਦੀ, ਜੀ ਮੈਂ ਨਾਮ ਲੈਣਾ ਹੈ। ਕੱਚਾ ਗੁਰੂ ਕਹਿੰਦਾ, ਮਾਈ ਤੈਨੂੰ ਨਾਮ ਤਾਂ ਦੇ ਦਿੰਦਾ ਹਾਂ, ਪਰ ਸਾਡੇ ਵਾਲਾ ਨਾਮ ਕਿਸੇ ਨੂੰ ਦੱਸਣਾ ਨਹੀਂ, ਗੁਪਤ ਰੱਖਣਾ ਹੈ। ਭੋਲੀ ਮਾਈ ਕਹਿੰਦੀ, ਜੀ
मैथों गुप्त तां नहीं रखिया जाना, मैथों तां दस्सिया जाऊ। कच्चे गुरु ने सोचा चल माई नूं डर पा दिंदे हां। कच्चा गुरु कहंदा माई जे मेरा दिता नाम तैं किसे होर नूं दस दिता तां हलक जावेंगी। माई कहंदी दुर फिੱਟੇ मूँह तेरे जम्मण नूं, तू ऐनिਆਂ नूं दस के नहीं हलकिया, मैं एक नूं दस के किवें हलक जावांगी। रहण दे रख अपने कोल, मैं नहीं लैणा तेरा नाम। सो कहण दा भाव नाम कोई गुप्त वस्तु नहीं। कलपत राधा स्वामी धाम की प्राप्ति लई 4 जन्मां दा गेड़ पाया है। सार वचन किताब की लिखत अनुसार एक जन्म गुर भगती कर, जन्म दूसरे नाम, जन्म तीसरे मुक्त गत, चौथे कौ निज धाम। हुण जीवन चरित्र स्वामी शिव दयाल सफा 46-47 उत्ते लिखी एक घटना सुनो। स्वामी शिव दयाल ने अपनी कचेली तख्त बाई को हुक्म दिया कि हमारे सामने भजन में बैठ। फिर उसकी सुरत को अपने बल से महाराज शिव दयाल ने चढ़ाया और कुछ ज्यादा खींच दिया। इस तरह वो चलाने लगी कि महाराज जान निकली जाती है, जो चीज खुशी है वो ले लो, मुझसे नहीं बर्दाश्त होती, और बार बार कह करके बेहोश हो गई। फिर 2 रोज तक बेहोश रही। तब महाराज ने उसकी सुरत को उतारा। फिर भी कुछ अरसे तक दिल धड़कता रहा और घबराहट रही कि स्वामी जी वालों तख्तबाई की सुरत चढ़ा के उस दियां चीकां कढ़ा देनियां जां बेहोश रखना अभ्यास का तरीका है। सुरत उच्ची कीती कि सकंजे विच पीड़ दिती। स्वामी शिव दयाल दा तख्त बाई दियां चीकां कढ़वाउणा जां बेहोश करना रूहानीयत नहीं, बल्कि तंत्र विद्या ते हिपनोटिज्म है। इस किस्म दीयां गल्लां तांत्रिक करदे हन, ये पखंडवाद है। अखां बंद करके उत्ते 2 ਉਂਗਲਾਂ रखण नाल ਧੀਰੀਆਂ ਵਿੱਚੋਂ जो ਭੰਬਲ ਤਾਰੇ दिसदे हन ਜਾਂ रोशनी ਦੀਆਂ लहरां दिसदियां हन, ਉਹਨਾਂ ਨੂੰ ਇਹ ਆਤਮਿਕ ਪ੍ਰਕਾਸ਼ ਸਮਝਦੇ ਹਨ। ਖੁਸ਼ਕੀ ਨਾਲ ਕੰਨਾਂ ਵਿੱਚ ਹੁੰਦੀ ਘੂੰ ਘੂੰ ਦੀ ਆਵਾਜ਼ ਨੂੰ ਅਨਹਦ ਸ਼ਬਦ ਮੰਨਦੇ ਹਨ। ਇਹਨਾਂ ਨੇ ਆਪਣੀ ਇੱਕ ਪੁਸਤਕ ਸ਼ਬਦ ਦੀ ਮਹਿਮਾ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਉੱਪਰ ਮਨ ਘੜਤ ਤੁਕਬੰਦੀ ਕੀਤੀ ਹੈ। ਸਬਤ ਲੋਕ ਕੇ ਉੱਪਰ ਧਾਵੈ, अलख अगम की जबगत पावै, तिसके ऊपर संतन धाम, नानक दास किया विश्राम। ये तुकां गुरबाणी विच नहीं हन, कल्पत हन। जदों कि गुरु नानक साहब ने आत्मक 29 दियां 5 स्टेजां दा वर्णन जपजी साहब विच कीता है। धर्मखंड, ज्ञानखंड, सरमखंड, कर्मखंड, सचखंड। राधा स्वामियां वांग घूमन घेरियां हूरां परियां, सीस महल ते मरदूदां दियां जेलां नहीं दसियां। इन्हां दी पुस्तक सार वचन पन्ना नंबर 779 ते लिखिया ज्ञान सुनो। ग्रास दिया प्रसादी का जब ही, घट के पर्दे खुल गए तब ही। किते लिखिया है पीक दान ले पीक करावै, फिर सब पीक आप पी जावै। देखो इन्हां दा ज्ञान। एक झूठी बुरकी देण नाल पर्दे खुल गए, फिर सेवा सिमरन की की लोड़ है। पीक दान विचली पीक नूं पीण दी गल कहना किहड़ा ज्ञान है। राधा स्वामी भगत गुरु ते बेभगत गुरु भी मनदे हन। सार वचन विच लिखिया है पिछलों की तज टेक तेरे भले की कहूँ, भगत गुरु को मान तेरे भले की कहूँ। इस अनुसार जे बीत चुकियां की टेक नहीं रखनी ते भगत गुरु नूं ही मनना है, तां राधा स्वामियां दे पिछले सारे गुरुआं दी कोई महानता नहीं रहिंदी। तां फिर आगरे विच सेवल दाल सिंह दी समाधि ते 90-95 सालां विच 1 करोड़ दे करीब क्यों लाया है। मर चुकियां दी समाध बनाउण दा की लाभ।
ਚੱਲ ਚੁੱਕਿਆਂ ਦੀਆਂ ਫੋਟੋਆਂ ਕਿਉਂ ਬਣਾਉਂਦੇ ਹੋ? ਉਹਨਾਂ ਦੇ ਵਚਨਾਂ ਦੀਆਂ ਕਿਤਾਬਾਂ ਕਿਉਂ ਛਾਪਦੇ ਹੋ? ਉਹਨਾਂ ਦੇ ਵਚਨਾਂ ਦੀਆਂ ਟੇਪਾਂ ਕਿਉਂ ਚੁੱਕੀ ਫਿਰਦੇ ਹੋ? ਜੇ ਰਾਧਾ ਸਵਾਮੀਆਂ ਪਾਸੋਂ ਸਵਾਮੀ ਸੇਵ ਦਿਆਲ ਦੇ ਵਕਤ ਗੁਰੂ ਦਾ ਨਾਮ ਪੁੱਛਿਆ ਤਾਂ ਕਹਿੰਦੇ ਹਨ, ਉਨਕਾ गुरु नाद था, उन्होंने किसी से उपदेश नहीं लिया। जे शिव दयाल दा गुरु नाद हो सकता है तो बाकी लोगों का गुरु नाद भाव शब्द क्यों नहीं हो सकता? सार वचन छोटी विच लिखिया है, ग्रंथ गुरु नहीं हो सकता। इस दे उल्ट राधा स्वामी मत दे दूजे गुरु राय बहादुर सालग्राम लिखते हैं, कुल मालक का स्वरूप शब्द है। सतनाम पार ब्रह्म आत्मा परमात्मा कुल जीव भी शब्द स्वरूप है। बगैर शब्द की उपासना और कोई ध्यान निज घर में नहीं पहुंचा सकता। कुल जीवों को जो अपना उद्धार चाहते हैं, लाजमी है कि अंतर में शब्द गुरु के चरणों में लगे। ये राधा स्वामियां दियां आपा विरोधी गल्लां हन। एक पासे कहंदे हन कि शिव दयाल दा गुरु नाद भाव शब्द सी, ते दूजे पासे कहंदे हन ग्रंथ गुरु नहीं हो सकता, जो शब्द अते आत्मक ज्ञान का संग्रह है। तीसरी थां वक्त गुरु की डुग्गी पिटदे हन। चौथी थां बेवक्त गुरुआं भाव चर चुक्यां दियां मड़ियां बनाई जांदे हन। असल विच ये आप ही भंबल भूसे विच पए होए हन। साक्षी पूजा ਅਤੇ ਗੁਰੂਡਮ ਦੇ ਕਾਰਨ ਰਾਧਾ ਸਵਾਮੀਆਂ ਵਿੱਚ ਕਈ ਗੱਦੀਆਂ ਕਾਇਮ ਹੋ ਚੁੱਕੀਆਂ ਹਨ। ਉਹਨਾਂ ਵਿਚਕਾਰ ਪੂਜਾ ਭੇਟਾ ਤੇ ਜਾਇਦਾਦ ਲਈ ਬੜੀ ਮੁਕੱਦਮੇਬਾਜ਼ੀ ਹੋਈ ਹੈ। ਦਿਆਲਬਾਗ, ਸਵਾਮੀਬਾਗ ਅਤੇ ਇਲਾਹਾਬਾਦ ਦੇ ਗੁਰੂਆਂ ਵਿਚਕਾਰ ਕਈ ਮੁਕੱਦਮੇ ਹੋ ਚੁੱਕੇ ਹਨ। ਇਹ ਮੁਕੱਦਮੇਬਾਜ਼ੀ ਲੰਡਨ ਦੀ ਪ੍ਰੀਵੀ ਕਾਉਂਸਲ ਤੱਕ ਗਈ ਹੈ। राधा स्वामियां दी जो ब्यास वाली गद्दी चल रही है, ये जैमल सिंह ने 1891 विच फौज तो रिटायर होके चलाई सी। पर याद रखो, जैमल सिंह दा गुरु शिव दयाल सिंह आगरे वाले सन, जिन्हां दी गद्दी ते राय सालग्राम बैठा सी। फौज तो रिटायर होके जैमल सिंह ने ब्यास विच अपना गुरुडम चला लिया। शिव दयाल सिंह ने जैमल सिंह नूं कोई गद्दी नहीं दित्ती। फौज तो रिटायर होके 1891 विच दरिया ब्यास के कंढे पिंड बड़ैंच ते बलसरां दे लागे आ टिके। बलसरां दे सिखां ने बाबा जैमल सिंह नूं सिख साधु समझ के पिंड दी सांझी जमीन विचों धर्मशाला बनाउण लई 11 कनाल 16 मरले जमीन दित्ती, जिस दी रजिस्ट्री नंबर 254 मिति 14 जून 1897 नूं गुरु ग्रंथ साहिब दे नाम हुई। इंतकाल दी तस्दीक विच दर्ज है, भाई जैमल सिंह नूं इह जमीन गहणे जां वै करन दा हक हासिल नहीं। आप धर्मशाला आम धर्मशाला मुतलका रहेगी। पिंड बलसरां दे जिन्हां मुखियां ने ये जमीन गुरु ग्रंथ साहिब के नाम रजिस्टर की, उन्हां दे नाम सन लालू सिंह नंबरदार, मताब सिंह, भान सिंह, चूड़ सिंह, शेर सिंह अते गुरदित सिंह। बाबा जैमल सिंह का देहांत 1903 विच होया। उन्हां दी थां सावन सिंह सथान दे मुखी बने। 10 मई 1905 नूं श्री गुरु ग्रंथ साहिब के नाम धर्मशाला की होई रजिस्ट्री का इंतकाल नंबर 536 होया। सावन सिंह ने गुरबाणी के शब्द इकत्तर करके गुरमत सिद्धांत नाम की एक पोथी छपवाई, जिस विच किधरे किधरे जिंदा गुरु ते गुरमत तो उल्ट वाक दर्ज हैं। जिमें कि पन्ना 66 ते लिखा है, ग्रंथ पोथियां सानू सत दी शोह नहीं दे सकदियां, कि ही बेदलील आपा विरोधी गल लिखी है। एक पासे गुरमत सिद्धांत प्रेम पत्र ते सार वचन नाम दियां पोथियां छाप के लोकां नूं दिंदे हन ते उन्हां दी कथा सुणाउंदे हन। दूजे पासे कहंदे हन ग्रंथ पोथियां सत दी शोह नहीं दे सकदियां। जे ग्रंथां तो सत दी शोह प्राप्त नहीं हो सकदी ਤਾਂ ਫਿਰ ਉਹਨਾਂ ਦੇ ਛਾਪਣ ਤੇ ਕਥਾ ਕਰਨ ਦਾ ਕੀ ਲਾਭ? ਹਜ਼ਾਰਾਂ ਵਰਸਾਂ ਦੇ ਅਨੁਭਵ
ਅਤੇ ਤਜਰਬੇ ਦੇ ਬਾਅਦ ਮਨੁੱਖਤਾ ਪਾਸ ਜੋ ਗਿਆਨ ਪ੍ਰਕਾਸ਼ਮਾਨ ਹੋਇਆ ਹੈ ਤੇ ਸੁਰੱਖਿਅਤ ਹੈ, ਉਹ ਲਿਖਤ ਰੂਪ ਵਿੱਚ ਭਾਵ ਗ੍ਰੰਥ ਰੂਪ ਵਿੱਚ ਹੀ ਹੈ। ਇਸੇ ਲਈ ਗੁਰੂ ਅਰਜਨ ਸਾਹਿਬ ਜੀ ਲਿਖਦੇ ਹਨ, ਪੋਥੀ ਪਰਮੇਸ਼ਰ ਕਾ ਥਾਨ। ਪ੍ਰਸਿੱਧ ਵਿਚਾਰਵਾਨ ਕਾਰਲਾਈਲ ਦਾ ਕਥਨ ਹੈ, ਅਸੀਂ ਮਹਾਂਪੁਰਖਾਂ ਦੇ ਆਤਮਿਕ ਦਰਸ਼ਨ ਉਹਨਾਂ ਦੀ ਬਾਣੀ ਵਿੱਚੋਂ ਕਰ ਸਕਦੇ ਹਾਂ। ਬਾਬੂ ਸਾਵਣ ਸਿੰਘ ਸਾਰੀ ਉਮਰ ਗੁਰਬਾਣੀ ਦੀ ਕਥਾ ਕਰਦੇ ਰਹੇ। ਅਨੁਭਵ ਤੇ ਆਤਮ ਗਿਆਨ ਸਤਿਗੁਰੂਆਂ ਤੇ ਭਗਤਾਂ ਦਾ ਬਿਆਨ ਕਰਨਾ ਤੇ ਪਿੱਛੋਂ ਕਹਿਣਾ ਸਾਨੂੰ ਗੁਰੂ ਮੰਨੋ, ਆਪਾ ਵਿਰੋਧੀ ਤੇ ਹਾਸੋਹੀਣੀ ਗੱਲ ਹੈ। ਇਹ ਤਾਂ ਉਹ ਗੱਲ ਹੋਈ, ਕੋਈ ਨਿਊਟਨ ਦਾ ਲਾ ਸਮਝਾ ਕੇ ਕਹੇ ਮੈਂ ਨਿਊਟਨ ਹਾਂ, ਕੋਈ ਪਾਇਥਾਗੋਰਸ ਦਾ ਸਿਧਾਂਤ ਪੜ੍ਹਾ ਕੇ ਕਹੇ ਮੈਂ ਪਾਇਥਾਗੋਰਸ ਹਾਂ, ਕੋਈ ਗੀਤਾ ਦੇ ਅਰਥ ਸੁਣਾ ਕੇ ਕਹੇ ਮੈਂ ਕ੍ਰਿਸ਼ਨ ਹਾਂ, ਕੋਈ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਸੁਣਾ ਕੇ ਕਹੇ ਮੈਂ ਗੁਰੂ ਹਾਂ। ਕਿੰਨੀ ਮੂਰਖਤਾ ਹੈ। ਕਈ ਕਹਿੰਦੇ ਹਨ ਰਾਧਾ ਸੁਆਮੀ ਤਾਂ ਸਤਸੰਗ ਵੇਲੇ ਗੁਰਬਾਣੀ ਦੀ ਵਰਤੋਂ ਹੀ ਕਰਦੇ ਹਨ। ਇਹ ਯਾਦ ਰੱਖਣ ਦੀ ਲੋੜ ਹੈ ਕਿ ਰਾਧਾ ਸੁਆਮੀ ਗੁਰਬਾਣੀ ਨੂੰ ਗੁਰਮਤ ਦਰਸਾਉਣ ਲਈ ਨਹੀਂ ਪੜ੍ਹਦੇ, ਬਲਕਿ ਆਪਣੇ ਗੁਰੂ ਡੰਮ ਦੇ ਪ੍ਰਚਾਰ ਲਈ ਵਰਤਦੇ ਹਨ। ਸਨ 1947 ਵਿੱਚ ਸਾਵਣ ਸਿੰਘ ਨੇ ਕਈ ਸਾਥੀਆਂ ਨੂੰ ਕਿਹਾ ਕਿ ਮੇਰੇ ਉੱਤਰਾਧਿਕਾਰੀ ਸੰਤ ਕਿਰਪਾਲ ਸਿੰਘ ਹੋਣਗੇ, ਪਰ ਉਹ ਨਹੀਂ ਬਣ ਸਕੇ। ਸਨ 1948 ਵਿੱਚ ਸਾਵਣ ਸਿੰਘ ਦੇ ਦੇਹਾਂਤ ਹੋ ਗਿਆ। ਸਨ 1948 ਵਿੱਚ ਸਾਵਣ ਸਿੰਘ ਦਾ ਦੇਹਾਂਤ ਹੋ ਗਿਆ। ਸਾਵਣ ਸਿੰਘ ਦੇ ਪੋਤਰੇ ਚਰਨ ਸਿੰਘ ਨੇ ਬਿਆਸ ਵਾਲੇ ਰਾਧਾ ਸੁਆਮੀਆਂ ਨਾਲ ਗੰਢ ਤੁਪ ਕਰਕੇ ਸਰਦਾਰ ਬਹਾਦਰ ਜਗਤ ਸਿੰਘ ਨੂੰ ਗੁਰੂ ਬਣਾਇਆ। ਸੰਤ ਕਿਰਪਾਲ ਸਿੰਘ ਨੇ ਆਪਣਾ ਵੱਖਰਾ ਮਤ ਕਿਰਪਾਲ ਸਾਵਨ ਮਿਸ਼ਨ ਚਲਾ ਲਿਆ, ਬਿਆਸ ਵਾਲਿਆਂ ਨਾਲੋਂ ਵੱਖ ਹੋ ਗਿਆ। ਲਓ ਜੀ, ਇੱਕ ਨਵਾਂ ਗੁਰੂ ਡੰਮ ਕਿਰਪਾਲ ਸਾਵਨ ਇਹਨਾਂ ਰਾਧਾ ਸੁਆਮੀਆਂ ਦੇ ਵਿੱਚੋਂ ਵੱਖ ਹੋ ਕੇ ਨਵਾਂ ਚੱਲ ਪਿਆ। ਸਨ 1951 ਵਿੱਚ ਸਰਦਾਰ ਬਹਾਦਰ ਜਗਤ ਸਿੰਘ ਦੇ ਦੇਹਾਂਤ ਤੋਂ ਬਾਅਦ ਚਰਨ ਸਿੰਘ ਗੁਰੂ ਬਣ ਗਏ। ਉਹਨਾਂ ਵਿਰੁੱਧ ਸਨ 1954 ਵਿੱਚ ਪਿੰਡ ਬਲਸਰਾਂ ਦੇ ਸਾਧੂ ਸਿੰਘ, ਤੇਜਾ ਸਿੰਘ, ਦਰਸ਼ਨ ਸਿੰਘ ਅਤੇ ਗੁਰਦਾਸ ਮੱਲ ਨੇ ਸੀਨੀਅਰ ਸਬ ਜੱਜ ਅੰਮ੍ਰਿਤਸਰ ਦੀ ਅਦਾਲਤ ਵਿੱਚ ਇੱਕ ਕੇਸ ਦਾਇਰ ਕੀਤਾ ਕਿ ਡੇਰਾ ਬਾਬਾ ਜੈਮਲ ਸਿੰਘ ਦੀ 11 ਕਨਾਲ 16 ਮਰਲੇ ਜ਼ਮੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਰਜਿਸਟਰੀ ਹੈ, ਉੱਥੇ ਪੁਰਾਤਨ ਮਰਜ਼ਾਦਾ ਕਾਇਮ ਰੱਖੀ ਜਾਵੇ। 24 ਜੂਨ 1954 ਨੂੰ ਚਰਨ ਸਿੰਘ ਨੇ ਜਵਾਬੀ ਦਾਅਵੇ ਵਿੱਚ ਕਿਹਾ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਨਹੀਂ ਮੰਨਦੇ, ਇਹ ਥਾਂ ਸਾਡੀ ਨਿੱਜੀ ਜਾਇਦਾਦ ਹੈ, ਗੁਰੂ ਗ੍ਰੰਥ ਸਾਹਿਬ ਦੀ ਬੀੜ ਚੁੱਕ ਦਿੱਤੀ ਗਈ ਹੈ। ਸਰਦਾਰ ਤੇਜਾ ਸਿੰਘ ਤੇ ਸਾਧੂ ਸਿੰਘ ਦੇ ਕੇਸ ਦਾ ਫੈਸਲਾ ਹਾਈ ਕੋਰਟ ਵਿੱਚੋਂ ਉਹਨਾਂ ਦੇ ਹੱਕ ਵਿੱਚ ਹੋਇਆ। ਹੁਣ ਵਿਚਾਰ ਕਰੋ, ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਤਾਂ ਜੈਮਲ ਸਿੰਘ ਨੇ ਇਹ ਗੱਲ ਬਲਸਰਾਂ ਪਿੰਡ ਦੇ ਲੋਕਾਂ ਨੂੰ ਉਦੋਂ ਕਿਉਂ ਨਾ ਦੱਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਜ਼ਮੀਨ ਦੀ ਰਜਿਸਟਰੀ ਕਰਵਾਈ ਗਈ ਸੀ। ਉਦੋਂ ਜੈਮਲ ਸਿੰਘ ਸੱਚ ਬੋਲ ਕੇ ਦੱਸਦਾ ਕਿ ਮੇਰਾ ਗੁਰੂ ਤਾਂ ਸਿਵ ਦਿਆਲ ਸਿੰਘ ਆਗਰੇ ਵਾਲਾ ਹੈ, ਹੁਣ ਮੈਂ ਆਪਣਾ ਗੁਰੂ ਡੰਮ ਚਲਾ ਰਿਹਾ ਹਾਂ, ਓਲਾ ਕਿਉਂ ਰੱਖਿਆ? ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਤਾਂ 1897 ਤੋਂ 1954 ਈਸਵੀ ਤੱਕ 57 ਸਾਲ ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਉਂ ਰੱਖਿਆ? ਗੁਰੂ ਗ੍ਰੰਥ ਸਾਹਿਬ ਦੀ ਆਂਟ ਲੈ ਕੇ ਆਪਣਾ ਗੁਰੂ ਡੰਮ ਚਲਾ ਲਿਆ। ਜਦੋਂ ਗੁਰੂ ਡੰਮ ਕਾਮਯਾਬ ਹੋ ਗਿਆ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁੱਕ ਦਿੱਤਾ। ਕਿੰਨੇ ਹੀ ਸਿੱਖ ਇਹਨਾਂ ਦੇ ਜਾਲ ਵਿੱਚ ਫਸ ਚੁੱਕੇ ਹਨ। ਸਾਵਣ ਸਿੰਘ ਨੇ ਜੋ ਜਾਇਦਾਦ ਤੇ ਜ਼ਮੀਨ ਪਿੰਡ ਸਿਕੰਦਰਪੁਰ ਜ਼ਿਲ੍ਹਾ ਸਿਰਸਾ ਹਰਿਆਣਾ ਵਿੱਚ ਬਣਾਈ, ਉਹ ਸੰਗਤ ਦੀ ਪੂਜਾ ਭੇਟਾ ਤੋਂ ਬਣੀ ਹੈ, ਉਹ ਸਤਸੰਗ ਦੀ ਮਲਕੀਅਤ ਹੈ। ਪਰ ਸਾਵਣ ਸਿੰਘ ਦੇ ਪੋਤਰੇ ਚਰਨ ਸਿੰਘ ਨੇ ਕਿਹਾ ਮੈਂ ਉਸ ਦਾ ਵਾਹਦ ਮਾਲਕ ਹਾਂ, ਉਹ ਸਾਡੀ ਨਿੱਜੀ ਜਾਇਦਾਦ ਹੈ। ਚਰਨ ਸਿੰਘ ਤੋਂ ਬਾਅਦ ਗੁਰਿੰਦਰ ਸਿੰਘ ਢਿੱਲੋਂ ਵਿਆਸ ਡੇਰੇ ਦੀ ਗੱਦੀ ਦੇ ਮਾਲਕ ਹਨ। ਡੇਰੇ ਦਾ ਪ੍ਰਬੰਧ ਨਵੀਨ ਤੇ ਸੁਧਰੇ ਹੋਏ ਤਰੀਕੇ ਦਾ ਹੋਣ ਕਰਕੇ ਚਾਹ, ਰੋਟੀ, ਬ੍ਰੈਡ, ਪਕੌੜੇ, ਜਲੇਬੀਆਂ ਸਸਤੀਆਂ ਛਕਾ ਕੇ
ਆਏ ਗਏ ਤੇ ਪ੍ਰਭਾਵ ਪਾ ਕੇ ਲੋਕਾਂ ਨੂੰ ਆਪਣੇ ਮਤ ਵਿੱਚ ਸ਼ਾਮਲ ਕਰ ਰਹੇ ਹਨ। ਦੂਜੇ ਪਾਸੇ ਸਾਡੀਆਂ ਮੁਖੀ ਸੰਸਥਾਵਾਂ ਸਿੱਖ ਮਤ ਤੋਂ ਪ੍ਰਚਾਰ ਵੱਲੋਂ ਅਵੇਸਲੇ ਹੋ ਕੇ ਸਿਆਸਤ ਦੀ ਡੂੰਘੀ ਖੱਡ ਵਿੱਚ ਡਿੱਗ ਕੇ ਲੋਕਾਂ ਤੇ ਆਪਣਾ ਗਲਤ ਪ੍ਰਭਾਵ ਪਾਈ ਜਾ ਰਹੀਆਂ ਹਨ, ਜਿਸ ਕਰਕੇ ਲੋਕਾਂ ਨੂੰ ਗੁਰਬਾਣੀ ਦੀ ਸੋਝੀ ਨਾ ਹੋਣ ਕਾਰਨ ਇਹਨਾਂ ਦੇ ਧਾਰੀ ਗੁਰੂ ਡੰਮ ਦੇ ਡੇਰਿਆਂ ਦੀ ਬਾਹਰਮੁਖੀ ਚਮਕ ਦਮਕ ਆਪਣੇ ਵੱਲ ਖਿੱਚਣ ਵਿੱਚ ਤੇਜ਼ੀ ਨਾਲ ਕਾਮਯਾਬ ਹੋ ਰਹੀ ਹੈ। ਆਮ ਲੋਕਾਂ ਦੀ ਤਾਂ ਗੱਲ ਛੱਡੋ, ਹੁਣ ਤਾਂ ਸਾਡੇ ਕਈ ਪ੍ਰਚਾਰਕ ਬਾਬਿਆਂ ਤੇ ਲੀਡਰਾਂ ਨੂੰ ਵੀ ਇਹਨਾਂ ਦੀ ਮਹਿਮਾਨ ਨਵਾਜੀ ਨੇ ਖਿੱਚ ਲਿਆ ਹੈ। ਰੱਬਾ ਖੈਰ ਕਰੀ। ਲੋੜ ਹੈ ਵੇਲਾ ਸੰਭਾਲਣ ਦੀ, ਸਿੱਖ ਦੀ ਸੱਚਾਈ ਨੂੰ ਪ੍ਰਗਟ ਕਰਕੇ ਦੇਹਧਾਰੀ ਗੁਰੂ ਡੰਮ ਦੀ ਅਸਲੀਅਤ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਦੀ, ਤਾਂ ਕਿ ਗੁਰਬਾਣੀ ਚੁਰਾ ਕੇ ਗੁਰੂ ਬਣਨ ਵਾਲਿਆਂ ਦੇ ਜਾਲ ਵਿੱਚ ਫਸਣ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਰਾਧਾ ਸੁਆਮੀਆਂ ਬਾਰੇ ਜੋ ਅਖਬਾਰਾਂ ਵਿੱਚ ਖਬਰਾਂ ਆਈਆਂ ਹਨ, ਹੁਣ ਉਹ ਸੁਣੋ। ਡੇਰਾ ਰਾਧਾ ਸੁਆਮੀ ਵੱਲੋਂ ਨੇੜਲੇ ਪਿੰਡਾਂ ਦੀਆਂ ਜ਼ਮੀਨਾਂ ਹਥਿਆਉਣ ਦੇ ਤਰੀਕੇ ਭੂ ਮਾਫੀਆਂ ਨੂੰ ਪਿੱਛੇ ਛੱਡਣ ਵਾਲੇ ਅੰਮ੍ਰਿਤਸਰ 22 ਅਗਸਤ ਸਤਵਿੰਦਰ ਸਿੰਘ ਜੱਜ ਭੋਲੇ ਭਾਲੇ ਲੋਕਾਂ ਨੂੰ ਰੂਹਾਨੀਅਤ ਦਾ ਗਿਆਨ ਬਖਸ਼ਣ ਦਾ ਦਾਅਵਾ ਕਰਨ ਵਾਲੇ ਰਾਧਾ ਸੁਆਮੀ ਡੇਰਾ ਬਿਆਸ ਦੇ ਪ੍ਰਬੰਧਕਾਂ ਵੱਲੋਂ ਡੇਰੇ ਨਾਲ ਲੱਗਦੇ ਪਿੰਡਾਂ ਦੀ ਵਸੋਂ ਨੂੰ ਉਠਾ ਕੇ ਉਹਨਾਂ ਦੀਆਂ ਜਾਇਦਾਦਾਂ ਡੇਰੇ 'ਚ ਲਾਉਣ ਲਈ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾ ਰਹੇ ਹਨ। ਧਾਰਮਿਕ ਦਿੱਖ ਵਾਲੇ ਇਸ ਡੇਰੇ ਦੇ ਪ੍ਰਬੰਧਕਾਂ ਵੱਲੋਂ ਜਾਇਦਾਦਾਂ ਹਥਿਆਉਣ ਲਈ ਹਰ ਹਰਬਾ ਵਰਤੇ ਜਾਣ ਬਾਰੇ ਪਤਾ ਲੱਗਾ ਹੈ। ਉਹਨਾਂ ਵੱਲੋਂ ਵਰਤੇ ਜਾਂਦੇ ਤਰੀਕੇ ਦੇਖ ਕੇ ਕੋਈ ਵੱਡੇ ਤੋਂ ਵੱਡਾ ਭੂ ਮਾਫੀਆ ਵੀ ਹੈਰਾਨ ਰਹਿ ਜਾਵੇਗਾ। ਅਜਿਹੀਆਂ ਰਿਪੋਰਟਾਂ ਆਉਣ ਪਿੱਛੋਂ ਸਪੋਕਸਮੈਨ ਦੀ ਟੀਮ ਨੇ ਡੇਰੇ ਲਾਗਲੇ ਪਿੰਡਾਂ ਦਾ ਦੌਰਾ ਕੀਤਾ ਤਾਂ ਕਈ ਤੱਥ ਸਾਹਮਣੇ ਆਏ। ਡੇਰੇ ਨਾਲ ਲਾਗਵੇਂ ਪਿੰਡ ਬਲਸਰਾਂ ਤੇ ਬੜੈਂਚ ਦੇ ਵਾਸੀਆਂ ਦਾ ਤਾਂ ਨੱਕ 'ਚ ਦਮ ਹੋਇਆ ਪਿਆ ਹੈ। ਡੇਰਾ ਪ੍ਰਬੰਧਕਾਂ ਦੀਆਂ ਕਾਰਵਾਈਆਂ ਤੇ ਉਹਨਾਂ ਦੀ ਸਰਕਾਰੀ ਦਰਬਾਰੇ ਪਹੁੰਚ ਸਦਕਾ ਇਲਾਕਾ ਵਾਸੀ ਜ਼ੁਬਾਨ ਖੋਲ੍ਹਣ ਲੱਗਿਆਂ ਵੀ ਕਈ ਵਾਰ ਸੋਚਦੇ ਹਨ। ਪਿੰਡ ਬਲਸਰਾਂ ਦੇ ਕਰਮ ਸਿੰਘ ਨੇ ਜਿਗਰਾ ਕਰਕੇ ਦੱਸਿਆ ਕਿ ਉਸਦਾ ਪਰਿਵਾਰ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਉਹ ਵੀ ਲਗਭਗ ਉੱਥੇ ਹੀ ਰਹਿੰਦਾ ਹੈ, ਪਰ ਡੇਰੇ ਵਾਲਿਆਂ ਵੱਲੋਂ ਉਹਨਾਂ ਦੀ 18 ਏਕੜ ਜ਼ਮੀਨ ਨੂੰ ਹਥਿਆਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਦਾ ਵਿਰੋਧ ਕਰਨ ਖਾਤਰ ਹੀ ਉਸ ਨੂੰ ਇੱਥੇ ਰਹਿਣਾ ਪੈ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਡੇਰੇ ਵੱਲੋਂ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ 'ਚੋਂ ਕੱਢੀ ਜਾ ਰਹੀ 100 ਫੁੱਟ ਚੌੜੀ ਸੜਕ ਸਿਰਫ ਤੇ ਸਿਰਫ ਇਲਾਕੇ ਵਿਚਲੀਆਂ ਜ਼ਮੀਨਾਂ ਨੂੰ ਹੌਲੀ-ਹੌਲੀ ਆਪਣੇ ਕਬਜ਼ੇ 'ਚ ਕਰਨ ਦੀ ਕੋਸ਼ਿਸ਼ ਤੋਂ ਇਲਾਵਾ ਕੁਝ ਨਹੀਂ। ਉਹਨਾਂ ਦੱਸਿਆ ਕਿ ਡੇਰੇ ਨੂੰ ਪਹਿਲਾਂ ਹੀ 3 ਮੁੱਖ ਸੜਕਾਂ ਲੱਗਦੀਆਂ ਹਨ। ਉਹਨਾਂ ਸੜਕ ਨੂੰ ਚੌੜਾ ਕਰਨ ਦੀ ਬਜਾਏ ਸੱਪ ਦਾ ਬਲ ਪਾਉਣ ਦੀ ਨਵੀਂ ਸੜਕ ਧੱਕੇ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਹਾਲ ਦੀ ਘੜੀ ਕਿਸਾਨ ਸੰਘਰਸ਼ ਕਮੇਟੀ ਦੀ ਮਦਦ ਨਾਲ ਇਲਾਕਾ ਨਿਵਾਸੀਆਂ ਨੇ ਸੰਘਰਸ਼ ਕਰਕੇ ਰੋਕ ਲਿਆ ਹੈ। ਉਹਨਾਂ ਦੱਸਿਆ ਕਿ ਉਹ ਆਪਣੀ ਜ਼ਮੀਨ ਡੇਰੇ ਨੂੰ ਕੌਡੀਆਂ ਦੇ ਭਾਅ ਨਹੀਂ ਦੇਣਾ ਚਾਹੁੰਦੇ, ਪਰ ਪ੍ਰਬੰਧਕ ਉਹਨਾਂ ਦੀ ਜ਼ਮੀਨ ਹਥਿਆਉਣ ਵਾਸਤੇ ਵਜਿੱਦ ਹਨ। ਉਹਨਾਂ ਦੋਸ਼ ਲਾਇਆ ਕਿ ਕੁਝ ਲੋਕ ਉਹਨਾਂ ਨੂੰ ਧਮਕੀਆਂ ਦੇ ਰਹੇ ਹਨ, ਜਿਸ ਕਰਕੇ ਉਹ ਕਾਫੀ ਤਣਾਅ ਵਿੱਚ ਹਨ। ਇਸੇ ਤਰ੍ਹਾਂ ਹੀ ਬਾਬਾ ਮਹਿੰਦਰ ਸਿੰਘ ਦੇ ਨਾਂ ਨਾਲ ਮਸ਼ਹੂਰ ਇਸੇ ਹੀ ਪਿੰਡ ਦੇ ਵਿਅਕਤੀ ਨੇ ਦੱਸਿਆ ਕਿ ਉਸ ਦੀ ਜ਼ਮੀਨ ਡੇਰੇ ਦੇ ਬਿਲਕੁਲ ਨਾਲ ਲੱਗਦੀ ਹੋਣ ਕਾਰਨ ਉਸ ਨੂੰ ਸਭ ਤੋਂ ਵੱਧ ਸਮੱਸਿਆਵਾਂ ਆ ਰਹੀਆਂ ਹਨ। ਉਸ ਨੇ ਦਾਅਵਾ ਕੀਤਾ ਕਿ ਡੇਰਾ ਪ੍ਰਬੰਧਕ ਵੱਲੋਂ ਉਸ ਦੀ ਜ਼ਮੀਨ ਨੂੰ ਜਾਂਦਾ ਰਸਤਾ ਵੀ ਗੇਟ ਲਾ ਕੇ ਬੰਦ ਕਰ ਦਿੱਤਾ ਹੈ, ਤਾਂ ਕਿ ਉਹ ਤੰਗ ਆ ਕੇ ਆਪਣੀ ਜ਼ਮੀਨ ਮਜਬੂਰੀ ਵਸ ਡੇਰੇ ਨੂੰ ਦੇ ਜਾਵੇ। ਉਹਨਾਂ ਦੋਸ਼ ਲਾਇਆ ਕਿ ਆਪਣੀ ਸਕੀਮ ਸਿਰੇ ਚਾੜ੍ਹਨ ਵਾਸਤੇ ਡੇਰੇ ਵਾਲਿਆਂ ਦੇ ਇਸ਼ਾਰੇ ਤੇ ਉਹਨਾਂ ਉੱਪਰ ਕਈ ਤਰ੍ਹਾਂ ਦੇ ਕੇਸ ਵੀ ਪਾਏ ਜਾ ਚੁੱਕੇ ਹਨ ਅਤੇ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਉਹਨਾਂ ਦੱਸਿਆ ਕਿ ਉਸ ਦੀ 12.5 ਏਕੜ ਜ਼ਮੀਨ ਅਤੇ ਜ਼ਮੀਨ 'ਚ ਬਣੀ ਹੋਈ ਕੋਠੀ ਤੇ ਡੇਰੇ ਵਾਲਿਆਂ ਦੀ ਅੱਖ ਹੈ। ਇਸੇ ਤਰ੍ਹਾਂ ਹੀ ਪਿੰਡ ਬਲਸਰਾਂ ਦੇ ਵਾਸੀ ਦਲਜੀਤ ਸਿੰਘ ਨੇ ਦੱਸਿਆ ਕਿ ਡੇਰੇ ਨੇੜੇ ਲੱਗਦੇ ਪਿੰਡ ਦੇ ਲੋਕ ਡੇਰਾ ਪ੍ਰਬੰਧਕਾਂ ਦੀ ਦਹਿਸ਼ਤ ਕਾਰਨ ਚੁੱਪ ਕਰਕੇ ਦਿਨ ਕੱਟਣ ਵਿੱਚ ਹੀ ਭਲਾਈ ਸਮਝਦੇ ਹਨ। ਉਕਤ ਵਿਅਕਤੀਆਂ ਨੇ ਦੱਸਿਆ ਕਿ ਭਾਵੇਂ ਕਿਸੇ ਵੀ ਪਾਰਟੀ ਦੇ ਆਗੂਆਂ ਨੂੰ ਆਪਣਾ ਦੁੱਖੜਾ ਦੱਸਣ
पर कोई भी आगू या पार्टी डेरे विरुद्ध कदम चुक के अपनियां वोटां नाल खड़वाड़ नहीं करना चाहुंदी। उन्हां सरकार पासों मंग कीती कि सौदा डेरे वांग इत्थे भी CBI की टीम वालों जांच की जावे तां कई होर मामले दुनिया सामने आउणगे। इसे तरह ही डेरे दे नाल दे ही एक होर पिंड बड़ैंच दे लोकां दी स्थिति भी कोई वखरी नहीं। इत्थों दे वासी बजुर्ग पूर्ण सिंह ने दस्सिया कि डेरे दे लोकां वल्लों पिंड वासियां दे मकान हथियाउण लई मकानां दे पिछवाड़े जां नेड़े तेड़े लगभग 20-20 फुट डूंघे टोए पुट दित्ते जांदे हन। अजिही हालत विच लोक अपने रैन वसेरे जां तां कौडियां दे भाडेरे वालिਆਂ हवाले कर दिंदे हन जां मकान छड्ड के चले जांदे हन। स्पोक्समैन की टीम ने मौके ते देखा कि वाकया ही बड़ाएंच पिंड के कई मकानों के नेड़े इन्ने डूंघे टोए पे सन कि जमीन हेठली रेत भी दिखाई दे रही सी। सारी ही लुकाई नाल प्यार मुहब्बत नाल रहण दा सद्दा देण वाले डेरे किन्नी कुछ देर लोकां दा आर्थिक मानसिक अते धार्मिक शोषण करते रहणगे। बड़ैंच पिंड दे ही वासी साबका हवालदार ओम प्रकाश ने भी दस्सिया कि डेरे दे लोग उन्हां दे मकान दे बिल्कुल पिछे डूंघे टोए पुट चुके हन अते हुण हालात ये हन कि किसी वेले भी उन्हां दा मकान जमीन दोज हो सकता है। ओम प्रकाश ने दस्सिया कि सेवा मुक्ति पिछों उसने अपनी जिंदगी की कमाई का वड्डा हिस्सा ला के ये जगह खरीद के अते मकान बना के सोचा सी कि बची जिंदगी के बाकी दिन आराम नाल कट्टे जाणगे, पर डेरा प्रबंधकां दी कार्रवाई कारण वो दिन रात चिंता विच ही डुबे रहिंदे हन। हुण एक होर खबर सुणो। राधा स्वामियां वल्लों डेरा व्यास नेड़े कवरेज करन गए पत्रकारां दी बुरी तरह कुੱਟਮਾਰ। कैमरे मोबाइल फोन ते नगदी खोही अगवा कीते एक पत्रकार नूं पुलिस ने छड़वाया। ब्यास 18 मई रघवीर सिंह रणजीत सिंह। राधा स्वामी डेरा ब्यास दीयां धक्केशाहियां इस कदर वध गईयां हन कि डेरे दीयां वधीखियां तो तंग आए लोकां बारे जानकारी लैण गए पत्रकारां दी डेरा प्रबंधकां ने बुरी तरह कुੱਟਮਾਰ कीती। इस झड़प दौरान एक पत्रकार की पग भी लाही गई। एक पत्रकार नूं करीब 40 फुट डूंघे खड्ड विच सुट दिता गया अते उन्हां दे मोबाइल कैमरे नगदी अते मोटरसाइकिल तक खो लए गए। इस तो अलावा डेरे की सिक्योरिटी वल्लों अगवा कीते एक पत्रकार नूं बाद विच पुलिस ने छड़वाया। दसना बनता है कि राधा स्वामी डेरे नेड़े पैंदे पिंड बड़ैंच विचले ज़्यादातर घर डेरे ने खरीद लए हन अते जो लोग अपने घर देण लई तैयार नहीं उन्हां दे घरां नेड़ियों 40 फुट तक मिट्टी चुकवा के डेरे ने लोकां नूं परेशान करना शुरू किया होया है। रेत ते खड़े होण कारण अजिहे मकानां दे खिसकण दा खदशा बनिया होया है। उक्त वरतारे नूं दिखाउण लई अज पीड़ित पिंड वासी नरिंदर सिंह अते बलविंदर सिंह आदि ने पत्रकारां नूं बुलाया। ज्यों ही पत्रकारां ने तस्वीरां खिंचणियां शुरू कीतियां तां राधा स्वामी विक्रम की अगवाई च सैकड़े राधा स्वामियां ने उन्हां उत्ते धावा बोल दिता, जिसकी लपेट च रजिंदर रिखी दैनिक भास्कर अते दविंदर सिंह भंगू पंजाबी ट्रिब्यून आ गए। हजूम ने दविंदर सिंह भंगू नूं 40 फुट डूंघी खड्ड विच सुट दिता अते रजिंदर रिखी की काफ़ी कुੱਟਮਾਰ की अते उसनूं अगवा कर लिया। स्थानक पत्रकार भाईचारे ने इस घटना विरुद्ध थाणा ब्यास तक पहुँच की। थाणे च राधा स्वामी डेरे दे सिक्योरिटी इंचार्ज RK बेदी अते सरबजीत सिंह बेदी भी थाणे आ गए। इसे दौरान DSP बाबा बकाला भी उत्थे पहुँच गए, जिन्हां दी हजूरी विच राधा स्वामियां ने माफ़ी मंगी। DSP ने हजूम की अगवाई करन वाले विक्रमजीत अते
ਗੁਰਮੇਜ ਸਿੰਘ ਨੂੰ 4 ਘੰਟੇ ਲਈ ਹਵਾ ਰਾਤ ਵਿੱਚ ਰਹਿਣ ਲਈ ਕਿਹਾ। ਹੁਣ ਇਸ ਤੋਂ ਅਗਲੀ ਖਬਰ ਸੁਣੋ। ਰਾਧਾ ਸੁਆਮੀ ਸਾਨੂੰ ਜਿਉਣ ਨਹੀਂ ਦਿੰਦੇ ਲੋਕੋ। ਰਈਆ 20 ਨਵੰਬਰ। ਰਣਜੀਤ ਸਿੰਘ ਸੰਧੂ ਰਘਵੀਰ ਸਿੰਘ ਗਿੱਲ ਦੇ ਹਵਾਲੇ ਨਾਲ ਆਪਣੇ ਸੇਵਕਾਂ ਨੂੰ ਨਾਮ ਜਪਾ ਕੇ ਸੁਰਗਾਂ ਦੀ ਟਿਕਟ ਕੱਟਣ ਵਾਲਾ ਡੇਰਾ ਰਾਧਾ ਸੁਆਮੀ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਕੇ ਉਹਨਾਂ ਦੀ ਜ਼ਿੰਦਗੀ ਨਰਕ ਬਣਾ ਰਿਹਾ ਹੈ। ਡੇਰੇ ਵੱਲੋਂ ਸਤਾਏ ਲੋਕਾਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ। ਡੇਰੇ ਦੀ ਧੱਕੇਸ਼ਾਹੀ ਦੀ ਤਾਜ਼ਾ ਮਿਸਾਲ ਦਿੰਦਿਆਂ ਕਿਸਾਨ ਗੁਰਮੇਜ ਸਿੰਘ, ਜੰਗੀਰ ਸਿੰਘ ਤੇ ਅਵਤਾਰ ਸਿੰਘ ਪਿੰਡ ਵੱਲ ਸਰਾਜ ਨੇ ਦੱਸਿਆ ਕਿ ਅਸੀਂ ਸਾਰੇ ਖੇਤਾਂ ਦੇ ਡੇਰਿਆਂ ਵਿੱਚ ਰਹਿੰਦੇ ਹਾਂ ਤੇ ਸਾਡੇ ਘਰਾਂ ਨੂੰ ਨਹਿਰੀ ਸੂਏ ਦੇ ਨਾਲ ਜਾਂਦਾ ਸਰਕਾਰੀ ਰਸਤਾ ਲੱਗਦਾ ਹੈ। ਸਾਡੇ ਵੱਲੋਂ ਡੇਰੇ ਨੂੰ ਜ਼ਮੀਨ ਨਾ ਦੇਣ ਕਾਰਨ ਹੁਣ ਡੇਰੇ ਵਾਲਿਆਂ ਨੇ ਇਹ ਰਸਤਾ ਆਪਣੇ ਕਬਜ਼ੇ ਵਿੱਚ ਲੈ ਕੇ ਅੜਿੱਕੇ ਲਾ ਕੇ ਬੰਦ ਕਰ ਦਿੱਤਾ ਹੈ, ਜਿਸ ਕਾਰਨ ਸਾਡੇ ਘਰਾਂ ਨੂੰ ਆਉਣ ਜਾਣ ਲਈ ਕੋਈ ਰਸਤਾ ਨਹੀਂ ਰਿਹਾ। ਇਹਨਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਗਈ ਹੈ ਇਨਸਾਫ ਨਾ ਮਿਲਣ ਦੀ ਹਾਲਤ ਵਿੱਚ ਡੇਰੇ ਵਿਰੁੱਧ ਸੰਘਰਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਕਰੀਬ 1 ਸਾਲ ਤੋਂ ਬਿਜਲੀ ਮਹਿਕਮੇ ਦੀ ਮਿਲੀ ਭੁਗਤ ਨਾਲ ਡੇਰੇ ਨੇ ਕੁਝ ਲੋਕਾਂ ਦੀ ਬਿਜਲੀ ਕੱਟ ਦਿੱਤੀ ਸੀ, ਜੋ ਕਿ ਹਾਲੇ ਤੱਕ ਬਹਾਲ ਨਹੀਂ ਹੋ ਸਕੀ। ਹੁਣ ਇਸ ਤੋਂ ਅਗਲੀ ਖਬਰ ਸੁਣੋ। ਰਾਧਾ ਸੁਆਮੀਆਂ ਵੱਲੋਂ ਲਗਾਇਆ ਗਿਆ ਬੈਰੀਅਰ ਉੱਥੇ ਦਾ ਉੱਥੇ। ਰਈਆ 20 ਦਸੰਬਰ। ਰਣਜੀਤ ਸਿੰਘ ਸੰਧੂ ਰਘਵੀਰ ਸਿੰਘ ਗਿੱਲ ਦੇ ਹਵਾਲੇ ਨਾਲ ਡੇਰਾ ਰਾਧਾ ਸੁਆਮੀ ਬਿਆਸ ਵੱਲੋਂ ਪਿੰਡ ਬਲਸਰਾਂ ਦੇ ਨੇੜੇ ਨਹਿਰ ਮਹਿਕਮੇ ਦੇ ਸੂਏ ਨਾਲ ਜਾਂਦਾ ਸਰਕਾਰੀ ਰਸਤਾ ਜੋ ਕਿਸਾਨਾਂ ਦੇ ਡੇਰਿਆਂ ਤੋਂ ਪਿੰਡ ਨਾਲ ਜੋੜਦਾ ਹੈ, ਉੱਪਰ ਗੈਰ ਕਾਨੂੰਨੀ ਢੰਗ ਨਾਲ ਬੈਰੀਅਰ ਲਾ ਕੇ ਰੋਕਿਆ ਗਿਆ ਸੀ, ਜਿਸ ਦੀ ਸ਼ਿਕਾਇਤ ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਕੀਤੀ ਗਈ ਸੀ, ਜਿਸ ਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਇਸ ਦੀ ਤਫਤੀਸ਼ ਕਰਨ ਦੀ ਤਹਿਸੀਲਦਾਰ ਬਾਬਾ ਬਕਾਲਾ ਨੂੰ ਹਦਾਇਤ ਕੀਤੀ ਸੀ। ਇਸ ਤੇ ਅਮਲ ਕਰਦਿਆਂ ਤਹਿਸੀਲਦਾਰ ਸੀਮਾ ਸਿੰਘ ਨੇ ਉਕਤ ਜਗ੍ਹਾ ਤੇ ਜਾ ਕੇ ਮੌਕਾ ਦੇਖ ਕੇ ਕਿਸਾਨਾਂ ਨੂੰ 1 ਹਫ਼ਤੇ ਦਾ ਸਮਾਂ ਦਿੱਤਾ ਸੀ, ਪਰ 15 ਦਿਨ ਬੀਤਣ ਤੇ ਵੀ ਕੋਈ ਕਾਰਵਾਈ ਨਾ ਹੁੰਦੀ ਵੇਖ ਕੇ ਅੱਜ ਕਿਸਾਨ ਸੰਘਰਸ਼ ਕਮੇਟੀ ਜ਼ੋਨ ਬਾਬਾ ਬਕਾਲਾ ਦੇ ਪ੍ਰਧਾਨ ਮਹਿੰਦਰ ਸਿੰਘ ਸਰਿਆੜਾ, ਸਕੱਤਰ ਕਰਮ ਸਿੰਘ ਬਲਸਰਾਂ, ਪ੍ਰੈਸ ਸਕੱਤਰ ਦਲਵੀਰ ਸਿੰਘ ਬਦਾਦਪੁਰ ਅਤੇ ਅਜੀਤ ਸਿੰਘ ਠੱਠੀਆਂ ਦੀ ਅਗਵਾਈ ਹੇਠ ਇੱਕ ਵਫਦ SDM ਬਾਬਾ ਬਕਾਲਾ ਨੂੰ ਮਿਲਿਆ ਅਤੇ ਰਾਧਾ ਸੁਆਮੀਆਂ ਦੀ ਗੁੰਡਾਗਰਦੀ ਵਿਰੁੱਧ ਸ਼ਿਕਾਇਤ ਕੀਤੀ। ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਡੇਰੇ ਦੇ ਪ੍ਰਬੰਧਕਾਂ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਹਥਿਆਉਣ ਲਈ ਕੋਝੇ ਹੱਥਕੰਡੇ ਵਰਤੇ ਜਾ ਰਹੇ ਹਨ। ਕਿਸਾਨਾਂ ਦੀ ਦੁੱਖ ਭਰੀ ਵਿਥਿਆ ਸੁਣ ਕੇ SDM ਤਜਿੰਦਰਪਾਲ ਸਿੰਘ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਲੱਗੇ ਬੈਰੀਅਰ ਨੂੰ ਚੁੱਕਿਆ ਜਾਵੇਗਾ। ਇਸ ਮੌਕੇ ਵਫਦ ਵਿੱਚ ਸ਼ਾਮਲ ਆਗੂਆਂ ਨੇ ਦੋਸ਼ ਲਾਇਆ ਕਿ ਡੇਰੇ ਦੇ ਪੈਰੋਕਾਰਾਂ ਵੱਲੋਂ ਕਿਸਾਨ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ 1 ਹਫ਼ਤੇ ਵਿੱਚ ਬੈਰੀਅਰ ਨਾ ਚੁੱਕਿਆ ਗਿਆ ਅਤੇ ਧਮਕੀਆਂ ਦੇਣ ਵਾਲਿਆਂ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਕਿਸਾਨ ਸੰਘਰਸ਼ ਕਮੇਟੀ ਇੱਕ ਵੱਡਾ ਅੰਦੋਲਨ ਸ਼ੁਰੂ ਕਰੇਗੀ। ਹੁਣ ਇਸ ਤੋਂ ਅਗਲੀ ਖਬਰ ਸੁਣੋ। ਰਾਧਾ ਸੁਆਮੀ ਡੇਰੇ ਦੀ ਫੌਜ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਦਾ ਸਿਲਸਿਲਾ ਜਾਰੀ। ਪੀੜਤ ਕਿਸਾਨਾਂ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ। ਬਿਆਸ 27 ਮਈ। ਰਘਵੀਰ ਸਿੰਘ ਗਿੱਲ ਰਣਜੀਤ ਸਿੰਘ ਸੰਧੂ ਦੇ ਹਵਾਲੇ ਨਾਲ ਰਾਧਾ ਸੁਆਮੀ ਡੇਰਾ ਬਿਆਸ ਵਾਲਿਆਂ ਨੇ ਨਜਾਇਜ਼ ਤੌਰ ਤੇ ਧੱਕੇ ਨਾਲ ਬਿਆਸ ਦਰਿਆ ਦੇ 3 ਪਿੰਡਾਂ ਦੇ ਸਾਰੇ ਮੰਡ ਤੇ ਕਰੀਬ 1000 ਏਕੜ ਵਾਹੀਯੋਗ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਬਾਕੀ ਉੱਚੀ ਨੀਵੀਂ ਜ਼ਮੀਨ ਨੂੰ JCB ਮਸ਼ੀਨਾਂ ਤੇ ਟਰੈਕਟਰਾਂ ਦੀ ਮਦਦ ਨਾਲ ਪੱਧਰੀ ਕਰਕੇ ਉਸ ਉੱਪਰ ਪੂਰੇ ਜ਼ੋਰਾਂ ਸ਼ੋਰਾਂ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ ਤੇ ਜਿਨ੍ਹਾਂ ਕਿਸਾਨਾਂ ਦਾ
ਮੰਡ ਅੰਦਰ ਜ਼ਮੀਨ ਤੇ ਕਬਜ਼ਾ ਸੀ, ਉਹਨਾਂ ਕੋਲੋਂ ਵੀ ਧੱਕੇ ਨਾਲ ਜ਼ਮੀਨ ਛੁਡਵਾ ਲਈ ਗਈ ਹੈ ਅਤੇ ਜਿਨ੍ਹਾਂ ਕਿਸਾਨਾਂ ਦੀ ਮਾਲਕੀ ਜ਼ਮੀਨ ਮੰਡ ਵਿੱਚ ਬੋਲਦੀ ਹੈ, ਉਹ ਰਾਧਾ ਸੁਆਮੀਆਂ ਦੀ ਲੜਾਕੀ ਫੌਜ ਅੱਗੇ ਟਿਕ ਨਹੀਂ ਸਕੇ ਅਤੇ ਆਖਰ ਬੇਵੱਸ ਕਿਸਾਨਾਂ ਨੂੰ ਆਪਣੀ ਕੀਮਤੀ ਜ਼ਮੀਨ ਛੱਡਣੀ ਪਈ। ਪਰ ਡੇਰਾ ਰਾਧਾ ਸੁਆਮੀ ਦੀ ਦਿਨੋਂ ਦਿਨ ਵੱਧ ਰਹੀ ਧੱਕੇਸ਼ਾਹੀ ਵਿਰੁੱਧ ਅਤੇ ਨਜਾਇਜ਼ ਕਬਜ਼ੇ ਅਤੇ ਆਪਣੀਆਂ ਜ਼ਮੀਨਾਂ ਵਾਪਸ ਲੈਣ ਲਈ ਆਖਰ ਕਿਸਾਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸਰਦਾਰ ਕਰਮ ਸਿੰਘ ਵਲਸਰਾ ਨੇ ਦੱਸਿਆ ਕਿ ਰਾਧਾ ਸੁਆਮੀ ਡੇਰੇ ਕੋਲੋਂ ਆਪਣੀਆਂ ਜ਼ਮੀਨਾਂ ਵਾਪਸ ਲੈਣ ਲਈ 12 ਮੈਂਬਰੀ ਕਿਸਾਨ ਬਚਾਓ ਕਮੇਟੀ ਬਣਾਈ ਗਈ ਹੈ ਅਤੇ 102 ਲੋਕਾਂ ਦੇ ਦਸਤਖਤ ਕਰਵਾ ਕੇ ਪਿੰਡ ਵਲਸਰਾਂ ਦੀ 2286 ਕਨਾਲਾਂ ਕਰੀਬ 300 ਏਕੜ ਕਿਸਾਨਾਂ ਦੀ ਮੰਡ ਵਿੱਚੋਂ ਰਾਧਾ ਸੁਆਮੀ ਡੇਰੇ ਕੋਲੋਂ ਕਬਜ਼ਾ ਛਡਾਉਣ ਲਈ ਸ਼ਿਕਾਇਤ ਕਰਤਾ ਭੁਪਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਵਲਸਰਾਂ ਵੱਲੋਂ ਮਾਨਯੋਗ ਹਾਈ ਕੋਰਟ ਵਿੱਚ ਵਕੀਲ ਮੈਡਮ ਜਤਿੰਦਰਜੀਤ ਕੌਰ ਰਾਹੀਂ 20 ਮਈ 2012 ਨੂੰ ਡੇਰੇ ਵਿਰੁੱਧ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ। ਕਰਮ ਸਿੰਘ ਨੇ ਦੱਸਿਆ ਕਿ ਕਸਬਾ ਬਿਆਸ ਤੋਂ ਰਾਧਾ ਸੁਆਮੀ ਡੇਰੇ ਤੱਕ ਬੁੱਢਾ ਥੇ ਬੜੈਂਚ ਵਲਸਰਾਂ ਦੀ ਮੰਡ ਅੰਦਰ 1000 ਏਕੜ ਤੋਂ ਵੱਧ ਮਾਲਕੀ ਤੇ ਸਾਮਲਾਟ ਜ਼ਮੀਨ ਹੈ, ਜੋ ਪਹਿਲਾਂ ਕਿਸਾਨਾਂ ਕੋਲ ਹੁੰਦੀ ਸੀ ਤੇ ਹੌਲੀ ਹੌਲੀ ਡੇਰੇ ਦੀ ਫੌਜ ਨੇ ਹਥਿਆਰਾਂ ਦਾ ਡਰ ਦਿਖਾ ਕੇ ਆਪਣੇ ਕਬਜ਼ੇ ਹੇਠ ਕਰ ਲਈ। ਉਹਨਾਂ ਦੱਸਿਆ ਕਿ ਅੱਜ ਤੋਂ ਕਰੀਬ ਸਨ 1993-94 ਵਿੱਚ ਪਿੰਡ ਜੱਲੂਵਾਲ ਦੇ ਕਿਸਾਨਾਂ ਦੀ ਮੰਡ ਹੇਠ ਕਬਜ਼ੇ ਵਾਲੀ 200 ਏਕੜ ਜ਼ਮੀਨ ਖੋਹ ਕੇ ਡੇਰੇ ਵਾਲਿਆਂ ਨੇ ਆਪਣਾ ਕਬਜ਼ਾ ਕਰ ਲਿਆ ਸੀ, ਜਿੱਥੇ ਆਮਨੋ ਸਾਹਮਣੇ ਗੋਲੀ ਵੀ ਚੱਲੀ ਸੀ, ਪਰ ਡੇਰੇ ਦੀ ਸਰਕਾਰੀ ਦਵਾਰੇ ਪਹੁੰਚਾਉਣ ਕਰਕੇ ਹੀ ਜ਼ਮੀਨ ਤੇ ਕਬਜ਼ਾ ਡੇਰੇ ਦਾ ਹੋਇਆ ਸੀ। ਉਸੇ ਦਿਨ ਤੋਂ ਲੈ ਕੇ ਅੱਜ ਤੱਕ ਰਾਧਾ ਸੁਆਮੀਆਂ ਨੇ ਆਪਣੀਆਂ ਚੰਮਦੀਆਂ ਚਲਾਉਂਦੇ ਹੋਏ ਸਾਰੀ ਜ਼ਮੀਨ ਆਪਣੇ ਕਬਜ਼ੇ ਹੇਠ ਕਰਕੇ ਮੰਡ ਅੰਦਰ ਸੜਕਾਂ ਤੇ ਹੈਲੀਪੈਡ ਤੇ ਬਾਗ ਬਣਾ ਲਏ ਹਨ। ਉਹਨਾਂ ਨੇ ਸਾਰੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਡੇਰੇ ਦੀ ਧੱਕੇਸ਼ਾਹੀ ਰੋਕਣ ਅਤੇ ਪਿੰਡਾਂ ਦੀਆਂ ਸਾਂਵਲਾਟ ਜ਼ਮੀਨਾਂ ਡੇਰੇ ਦੇ ਕਬਜ਼ੇ ਹੇਠੋਂ ਛਡਵਾਉਣ ਲਈ ਉਹਨਾਂ ਦਾ ਸਾਥ ਦੇਣ। ਹੁਣ ਸੁਣੋ ਕਿਵੇਂ ਹਥਿਆਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਾਇਦਾਦਾਂ ਡੇਰਾ ਰਾਧਾ ਸੁਆਮੀ ਵਾਲਿਆਂ ਨੇ। ਚੰਡੀਗੜ੍ਹ 8 ਫਰਵਰੀ ਜੀ.ਸੀ. ਭਾਰਦਵਾਜ ਦੇ ਹਵਾਲੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੀਆਂ ਜਾਇਦਾਦਾਂ ਰਾਧਾ ਸੁਆਮੀ ਡੇਰੇ ਵਾਲਿਆਂ ਨੇ ਹੇਰਾ ਫੇਰੀ ਨਾਲ ਆਪਣੇ ਡੇਰੇ ਦੇ ਨਾਂ ਕਰਵਾ ਲਈਆਂ ਸਨ ਨੂੰ ਛੇਤੋਂ ਛੇਤੀ ਆਪਣੇ ਹੱਥਾਂ 'ਚ ਲੈ ਲਿਆ ਜਾਵੇ। ਸ਼੍ਰੋਮਣੀ ਕਮੇਟੀ ਨੇ ਕੁਝ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਨਾਲ ਵਧੀਕ ਸਕੱਤਰ ਸਰਦਾਰ ਜੋਗਿੰਦਰ ਸਿੰਘ ਤੇ ਰੈਵੀਨਿਊ ਅਧਿਕਾਰੀ ਸਰਦਾਰ ਸਤਨਾਮ ਸਿੰਘ ਨੂੰ ਲਾਇਆ ਗਿਆ ਹੈ। ਇਹਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੇ ਇਸ ਕਮੇਟੀ ਦੀ ਸਹਾਇਤਾ ਲਈ ਮਾਲ ਨਾਲ ਸੰਬੰਧਿਤ ਸਟਾਫ ਇਸ ਦੇ ਸਪੁਰਦ ਕੀਤਾ ਹੈ। ਸ਼੍ਰੋਮਣੀ ਕਮੇਟੀ ਨਾਲ ਜਾਇਦਾਦਾਂ ਦਾ ਮੁੱਖ ਆਧਾਰ ਬਾਬਾ ਸਾਵਣ ਸਿੰਘ ਦੀ 30 ਨਵੰਬਰ 1937 ਅਤੇ 7 ਜੁਲਾਈ 1942 ਦੀ ਉਸ ਵਸੀਅਤ ਨੂੰ ਬਣਾ ਰਹੀ ਹੈ, ਜਿਨ੍ਹਾਂ ਵਿੱਚ ਉਹਨਾਂ ਨੇ 18 ਜਾਇਦਾਦਾਂ ਦੇ ਵੇਰਵੇ ਦਿੱਤੇ ਹਨ। ਇਹ ਵੀ ਦੱਸਣਯੋਗ ਹੈ ਕਿ ਬਾਬਾ ਸਾਵਣ ਸਿੰਘ ਨੇ ਆਪਣੀ ਵਸੀਅਤ ਵਿੱਚ ਇਹ ਵੀ ਜ਼ਿਕਰ ਕੀਤਾ ਸੀ ਕਿ ਰਾਧਾ ਸੁਆਮੀ ਸਤਸੰਗ ਵਿਚਾਰਨੀ ਸਭਾ ਦਾ ਮੁੱਖ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੀ ਹੈ। ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ 3 ਕਾਰਜਕਾਰਨੀ ਦੀਆਂ ਮੀਟਿੰਗਾਂ ਵਿੱਚ ਇਹੀ ਜ਼ੋਰ ਪਾਇਆ ਗਿਆ ਕਿ ਜਾਇਦਾਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਉੱਤੇ ਪ੍ਰਚਾਰਨ ਤੇ ਪਸਾਰ ਲਈ ਦਿੱਤੀਆਂ ਗਈਆਂ ਸਨ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਤੇ ਪਸਾਰ ਡੇਰੇ ਦੇ ਪ੍ਰਬੰਧਕ ਨਹੀਂ ਕਰ ਰਹੇ ਤਾਂ ਇਹ ਜਾਇਦਾਦਾਂ ਛੇਤੋਂ ਛੇਤੀ ਮੁਕਤ ਕਰਵਾ ਕੇ ਸਹੀ ਹੱਥਾਂ ਵਿੱਚ ਲੈ ਲਈਆਂ ਜਾਣ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਹੈ ਰਾਧਾ ਸੁਆਮੀਆਂ ਦੀ ਅਸਲੀਅਤ। ਇਸ ਸਾਰੀ ਵਿਚਾਰ ਨੂੰ ਨਿੰਦਾ ਨਾ ਸਮਝ ਲੈਣਾ, ਇਹ ਸੱਚ ਹੈ। ਨਿੰਦਾ ਹੁੰਦੀ ਹੈ ਅਣਹੋਈ ਗੱਲ ਕਰਨੀ। ਇਹਨਾਂ ਦੇ ਥਾਂ ਥਾਂ ਬਣੇ ਡੇਰਿਆਂ ਵਿੱਚ ਕਿਸੇ ਨੂੰ ਖਾਣਾ ਨਹੀਂ ਮਿਲਦਾ, ਕਿਸੇ ਰਾਹੀ ਪਾਂਧੀ ਨੂੰ ਕੋਈ ਆਰਾਮ ਨਹੀਂ ਮਿਲਦਾ,
ਕਿਸੇ ਰਾਹੀ ਨੂੰ ਪਾਣੀ ਤੱਕ ਨਹੀਂ ਮਿਲਦਾ। ਸਿਰਫ ਚਾਰ ਦੀਵਾਰੀਆਂ ਮਾਰ ਕੇ ਧਰਮ ਦੇ ਨਾਂ ਤੇ ਉਪਜਾਊ ਜ਼ਮੀਨਾਂ ਨੂੰ ਰੋਕਿਆ ਹੋਇਆ ਹੈ। ਇੰਨੀਆਂ ਵਿਚਾਰਾਂ ਕਰਦੇ ਹੋਏ ਦਾਸ ਪੰਥ ਪ੍ਰੀਤ ਸਿੰਘ ਇੱਥੇ ਹੀ ਸਮਾਪਤੀ ਕਰਦਾ ਹੈ। ਜਿਸ ਨੂੰ ਇਹ ਸੀਡੀ ਮਿਲੇ ਉਹ ਇਸ ਦੀਆਂ ਹੋਰ ਸੀਡੀਆਂ ਬਣਾ ਕੇ ਆਪਣੇ ਭੈਣਾਂ ਭਰਾਵਾਂ ਨੂੰ ਪਹੁੰਚਾਵੇ, ਤਾਂ ਕਿ ਸਾਡੇ ਭੈਣ ਭਰਾ ਕੱਚੇ ਗੁਰੂਆਂ ਦੇ ਜਾਲ ਵਿੱਚ ਫਸਣ ਤੋਂ ਬਚ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।